सो ज्ञानी जिन शब्द लिव लाई। सो ज्ञानी जिन शब्द लिव लाई। मन मुख हों मैं पत गवाई। आपे करता भगत कराई। गुरमुख आपे धेवड़ियाई। रैन अंधारी निर्मल जोत। नाम बिना झूठे कुचल कछोत। वेद पुकारै भगत सरोत। सुनो सुनो मानै बिखै जोत। शास्त्र सिमरत नाम दृढ़ामऊँ। गुरमुख शांत उत्तम क्रमऊँ। मन मुख जोनी दुख सहमऊँ। बंधन टूटे एक नाम बसामऊँ। मन्ने नाम सच्ची पत पूजा। किस बेखा नाही को दूजा। किस बेखा नाही को दूजा। देख कहूँ पावै मन सोय। नानक कहे अवर नहीं कोय। नानक कहे अवर नहीं कोय। चबर छत्र तख्त दे मालक ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੁੜ ਬੈਠੇ ਗੁਰੂ ਪਿਆਰਿਓ, ਆਪ ਸਾਰੇ ਧੰਨਤਾ ਦੇ ਯੋਗ ਹੋ, ਬੜਭਾਗੇ ਹੋ। ਸਤਿਗੁਰਾਂ ਦੀ ਪਾਵਨ ਪਵਿੱਤਰ ਗੋਦ ਵਿੱਚ ਜੁੜ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ। ਆਓ ਸ਼ਬਦ ਵਿਚਾਰ ਗੁਰਬਾਣੀ ਨਾਲ ਜੁੜ ਗਏ। ਸਾਰਿਆਂ ਨੇ ਗੁਰਫਤਿਹ ਦੀ ਸਾਂਝ ਪਾਉਣੀ, ਪਿਆਰ ਵਿੱਚ ਭਿੱਜ ਕੇ ਬੋਲਣਾ ਜੀ। ਆਖਿਓ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਾਵਲ ਅਸ਼ਟਪਦੀਆਂ ਮਹਿਲਾ ਪਹਿਲਾ। ਰਾਗ ਬਿਲਾਵਲ ਦੇ ਵਿੱਚੋਂ ਅਸ਼ਟਪਦੀਆਂ ਦੇ ਰੂਪ ਵਿੱਚ ਉਚਾਰਨ ਕੀਤੀ ਹੋਈ 8 ਪਦਿਆਂ ਵਾਲੀ ਬਾਣੀ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਜੋ ਸਾਨੂੰ ਵਿਚਾਰ ਦਿੱਤੀ ਆ, ਇਸ ਵਿਚਾਰ ਨੂੰ ਆਪਾਂ ਇਸ ਸ਼ਬਦ ਦੇ ਵਿੱਚੋਂ 2-4 ਦਿਨਾਂ ਤੋਂ ਲੈ ਕਰ ਪਿਛਲੇ ਦਿਨਾਂ ਤੋਂ ਇਉਂ ਕਹਿ ਲਈਏ ਵੀ ਹੀਰੇ ਮੋਤੀ ਚੁਗ ਰਹੇ ਹਾਂ। ਅਲੱਗ-ਅਲੱਗ ਪਾਰਟ ਬਣਾ ਕੇ, ਲੜੀ ਜੋੜ ਕੇ। ਜਿਵੇਂ ਕਿ ਪਿੱਛੇ ਸਤਿਗੁਰੂ ਪਾਤਸ਼ਾਹ ਨੇ ਪਹਿਲੇ ਬੰਦਾਂ ਵਿੱਚ ਜ਼ਿਕਰ ਕੀਤਾ, ਐਸਾ ਗਿਆਨ ਪਦਾਰਥ ਨਾਮ, ਵੀ ਗੁਰੂ ਦਾ ਗਿਆਨ ਪਦਾਰਥ ਨਾਮ ਬਹੁਤ ਕੀਮਤੀ ਆ, ਇਹ ਕਿਤੋਂ ਨਹੀਂ ਮਿਲਦਾ। ਫਿਰ ਅੱਗੇ ਗੱਲ ਪਾਤਸ਼ਾਹ ਨੇ ਬੰਦਾਂ ਵਿੱਚ ਕੀਤੀ, ਗਿਆਨ ਧਿਆਨ ਸਭ ਗੁਰ ਤੇ ਹੋਈ। ਗਿਆਨ ਦੀ ਬਖਸ਼ਿਸ਼, ਧਿਆਨ ਲਾਉਣ ਦੀ ਵਿਧੀ, ਇਹ ਸਾਰੀ ਗੁਰੂ ਕੋਲੋਂ ਸਾਨੂੰ ਪ੍ਰਾਪਤ ਹੁੰਦੀ ਹੈ। ਤੇ ਫਿਰ ਪਾਤਸ਼ਾਹ ਨੇ ਅੱਜ ਦੇ ਇਸ ਪਾਵਨ ਪਾਠ ਦੇ ਵਿੱਚ ਬਖਸ਼ਿਸ਼ ਕੀਤੀ ਆ। ਕਹਿੰਦੇ ਗਿਆਨੀ ਕੌਣ ਹੈ? ਇੱਥੇ ਜਾ ਕੇ ਇਹ ਪ੍ਰਸ਼ਨ ਹੋ ਗਿਆ। ਜਿੰਨਾ ਪਾਠ ਆਪਾਂ ਪੜ੍ਹਿਆ ਇਹਦੇ ਵਿੱਚੋਂ ਆਪਾਂ ਕੋਸ਼ਿਸ਼ ਕਰਾਂਗੇ ਗੁਰੂ ਦੀ ਮੱਤ ਅਨੁਸਾਰ ਮੋਤੀ ਚੁਗਣ ਦੇ। ਜੋ ਆਰੰਭਤਾ ਪਾਠ ਦੀ ਹੋਈ ਆ, ਮਾਲਕ ਨੇ ਜ਼ਿਕਰ ਕੀ ਕੀਤਾ ਗਾ, ਗੁਰੂ ਪਾਤਸ਼ਾਹ ਜੀ ਕਹਿੰਦੇ ਨਾ, ਕਹਿੰਦੇ ਇਹ ਮਨੁੱਖ ਇਸ ਧਰਤੀ ਦੇ ਉੱਪਰ ਬੜੇ ਲੋਕ ਆਏ ਤੇ ਬੜੇ ਇੱਥੇ ਗਿਆਨ ਹੈ। ਉਹ ਆਪਾਂ ਕੱਲ ਵੀ ਗੱਲ ਕੀਤੀ ਸੀ ਵੀ ਧਰਤੀ ਤੇ ਕੋਈ ਵੀ ਗਿਆਨ ਦੀ ਕਮੀ ਨਹੀਂ ਹੈ।
ਜੱਜ ਕੋਲੇ ਬੜਾ ਗਿਆਨ ਆ, ਵਕੀਲ ਕੋਲੇ ਬੜਾ ਗਿਆਨ ਆ, ਡਾਕਟਰ ਕੋਲੇ, ਮਾਸਟਰ ਕੋਲੇ ਬੜਾ ਗਿਆਨ ਆ, ਆਮ ਜਨਤਾ ਕੋਲੇ ਬੜਾ ਗਿਆਨ ਆ, ਵਪਾਰੀ ਕੋਲੇ ਬੜਾ ਗਿਆਨ ਆ, ਮੱਧ ਵਰਗ, ਆਮ ਵਰਗ, ਜੋ ਮਰਜ਼ੀ ਵੇਖ ਲਓ, ਸਭ ਕੋਲੇ ਬਹੁਤ ਜ਼ਿਆਦਾ ਗਿਆਨ ਆ। ਪਰ ਅਸਲ ਦੇ ਵਿੱਚ ਜ਼ਿੰਦਗੀ ਨੂੰ ਸੁਚੱਜੀ ਬਣਾਉਣ ਦਾ ਜਿਹੜਾ ਗਿਆਨ ਆ ਨਾ, ਮਤਲਬ ਇਉਂ ਕਹਿ ਲਓ ਸ਼ਖਸੀਅਤ ਘੜਨ ਦਾ ਗਿਆਨ ਆ, ਤੇ ਉਹ ਕੇਵਲ ਗੁਰੂ ਦਾ। ਹੋ ਸਕਦਾ ਜੱਜ ਰਿਸ਼ਵਤ ਲੈਂਦਾ ਹੋਵੇ, ਗਿਆਨ ਤਾਂ ਬਹੁਤ ਆ, ਪਰ ਉਹਦੀ ਸ਼ਖਸੀਅਤ ਨਹੀਂ ਘੜੇਗੀ, ਅਜੇ ਉਹ ਮੈਲਾ। ਇਹੀ ਆਦਤ ਵਕੀਲ ਨੂੰ ਹੋਵੇ, ਇਹੀ ਆਦਤ ਡਾਕਟਰ ਮਾਸਟਰ ਨੂੰ ਹੋਵੇ, ਕਿਸੇ ਨੂੰ ਵੀ ਹੋਵੇ, ਤੇ ਦੇਖ ਲਓ ਹੁਣ ਵੀ ਉਹਨਾਂ ਦੀ ਜ਼ਿੰਦਗੀ 'ਚ ਮੈਲਾ ਪਾਣਾ, ਪਰ ਸ਼ਖਸੀਅਤ ਨਹੀਂ ਘੜੇਗੀ। ਹੋ ਸਕਦਾ ਇਹ ਗਿਆਨ ਜੋ ਡਾਕਟਰ ਮਾਸਟਰ ਜੱਜ ਵਕੀਲ ਆਮ ਤੌਰ 'ਤੇ ਆਪਾਂ ਵੇਖਦੇ ਹਾਂ ਵੱਡੇ ਵੱਡੇ ਲੋਕਾਂ ਕੋਲੇ ਹੈ, ਤਾਂ ਉਹ ਗਿਆਨ ਸ਼ਾਇਦ ਕਿਸੇ ਆਮ ਮਜ਼ਦੂਰੀ ਕਰਨ ਵਾਲੇ ਕੋਲੇ ਨਹੀਂ ਹੈ, ਪਰ ਮਜ਼ਦੂਰੀ ਕਰਨ ਵਾਲੇ ਕੋਲੇ ਗੁਰੂ ਦਾ ਗਿਆਨ ਆ। ਉਹ ਚੋਰੀ, ਠੱਗੀ, ਧੋਖਾ, ਬੇਈਮਾਨੀ ਤੋਂ, ਰਿਸ਼ਵਤ ਤੋਂ ਦੂਰ ਹੈ। ਆਪਾਂ ਨੂੰ ਕਹਿ ਸਕਦੇ ਹਾਂ ਅਸਲ ਦੇ ਵਿੱਚ ਇਹ ਬੰਦਾ ਕੌਣ ਆ? ਇਹ ਗਿਆਨਵਾਨ ਆ, ਇਹ ਗਿਆਨੀ ਆ ਭਾਈ, ਇਹਨੂੰ ਸ਼ੁੱਧ ਗਿਆਨ ਗੁਰੂ ਤੋਂ ਪ੍ਰਾਪਤ ਹੋ ਗਿਆ। ਇਵੇਂ ਜਿਵੇਂ ਸਤਿਗੁਰੂ ਪਾਤਸ਼ਾਹ ਜੀ ਫਿਰ ਇੱਥੇ ਜ਼ਿਕਰ ਕਰਦੇ ਨੇ, ਕਹਿੰਦੇ ਅਸਲ ਦੇ ਵਿੱਚ ਦੁਨੀਆ ਦੇ ਵਿੱਚ ਗਿਆਨੀ ਬਹੁਤ ਆ, ਪਰ ਗਿਆਨੀ ਦੀ ਪਰਿਭਾਸ਼ਾ ਗੁਰੂ ਨਾਨਕ ਪਾਤਸ਼ਾਹ ਨੇ ਆਪਣੀ ਪਾਵਨ ਬਾਣੀ ਦੇ ਵਿੱਚ ਅੱਜ ਦੇ ਇਸ ਪਾਵਨ ਸ਼ਬਦ ਵਿੱਚ ਬੜੇ ਪਿਆਰ ਦੇ ਨਾਲ ਦਿੱਤੀ ਆ। ਕਹਿੰਦੇ ਸੋ ਗਿਆਨੀ, ਸੋ ਤੋਂ ਭਾਵ ਉਹ, ਸੋ ਗਿਆਨੀ ਜਿਸ ਸ਼ਬਦ ਲਿਵ ਲਾਈ। ਅਸਲ ਦੇ ਵਿੱਚ ਗਿਆਨੀ ਉਹ ਆ ਜਿਨ੍ਹਾਂ ਨੇ ਆਪਣਾ ਧਿਆਨ ਆਪਣੀ ਸੁਰਤ ਸ਼ਬਦ ਨਾਲ ਮੇਲ ਲਈ। ਇਹ ਤੋਂ ਭਾਵ ਕੀ ਹੈ? ਇਹ ਤੋਂ ਭਾਵ ਇਹ ਆ ਵੀ ਜਿਨ੍ਹਾਂ ਨੇ ਗੁਰਬਾਣੀ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਵਰਤਣਾ ਸ਼ੁਰੂ ਕਰਤਾ, ਸ਼ੁੱਧ ਗਿਆਨ ਨੂੰ, ਗੁਰੂ ਦੇ ਹੁਕਮ ਨੂੰ ਮੰਨ ਲਿਆ, ਅਸਲ ਦੇ ਵਿੱਚ ਗਿਆਨੀ ਉਹ ਆ। ਤੇ ਹੁਣ ਜੇ ਆਪਾਂ ਦੁਨਿਆਵੀ ਤਲ ਤੇ ਵੇਖੀਏ, ਸ਼ਾਇਦ ਗੁਰੂ ਦੀ ਗੱਲ ਨਾ ਮੰਨਣ ਵਾਲਿਆਂ ਨੂੰ ਬਾਣੀ ਤਾਂ ਉਹਨਾਂ ਦੇ ਕੰਠ ਹੋਊਗੀ, ਚੰਗੀ ਸ਼ਬਦਾਂ ਦੀ ਵਿਚਾਰ ਵੀ ਕਰਦੇ ਹੋਣਗੇ, ਪਰ ਪਾਤਸ਼ਾਹ ਜੀ ਕਹਿੰਦੇ ਜੇ ਉਹਨਾਂ ਨੇ ਬਾਣੀ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਈ ਨਹੀਂ ਹੈ, ਜਾਣੀ ਕਿ ਵਰਤੀ ਨਹੀਂ ਹੈ, ਤਾਂ ਫਿਰ ਕੋਈ ਫਾਇਦਾ ਨਹੀਂ, ਫਿਰ ਉਹਨਾਂ ਨੂੰ ਆਪਾਂ ਗਿਆਨੀ ਨਹੀਂ ਕਹਿ ਸਕਦੇ। ਅਸਲ ਦੇ ਵਿੱਚ ਹੁਣ ਇੱਥੋਂ ਪਤਾ ਲੱਗ ਗਿਆ ਵੀ ਗਿਆਨੀ ਕੌਣ ਆ। ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਨੇ ਸ਼ਬਦ ਨਾਲ ਆਪਣਾ ਧਿਆਨ ਜੋੜ ਲਿਆ, ਜ਼ਿੰਦਗੀ 'ਚ ਵਰਤਣਾ ਸ਼ਬਦ ਨੂੰ ਸ਼ੁਰੂ ਕਰ ਦਿੱਤਾ, ਸੋ ਗਿਆਨੀ। ਉਹ ਗਿਆਨੀ ਜੋ ਸ਼ਬਦ ਲਿਵ ਲਾਏ, ਜਿਨ੍ਹਾਂ ਨੇ ਸ਼ਬਦ ਨਾਲ ਆਪਣੀ ਲਿਵ ਜੋੜ ਲਈ, ਮਨਮੁਖ ਹਉਮੈ ਪਤ ਗਵਾਈ। ਹੁਣ ਗਿਆਨ ਗੁਰੂ ਪਾਤਸ਼ਾਹ ਜੀ ਕਹਿੰਦੇ ਮਨਮੁਖ ਕੋਲੇ ਵੀ ਆ। ਹੁਣ ਦੋਨਾਂ ਦੇ ਵਿੱਚ ਅੰਤਰ ਤਾਂ ਕੋਈ ਨਹੀਂ ਗਾ ਸਰੀਰ ਕਰਕੇ, ਨਾ ਹੀ ਕਿਸੇ ਦੇ ਤਨ ਤੇ ਕੋਈ ਲਿਖਿਆ ਹੋਇਆ ਵੀ ਕੌਣ ਗੁਰਮੁਖਾ ਤੇ ਕੌਣ ਮਨਮੁਖਾ। ਪਰ ਪਾਤਸ਼ਾਹ ਜੀ ਕਹਿੰਦੇ ਉਹਨਾਂ ਦੇ ਲੱਛਣ ਹੁੰਦੇ ਨੇਗੇ, ਉਹਨਾਂ ਦੀ ਆਦਤ, ਉਹਨਾਂ ਦਾ ਸੁਭਾਅ, ਉਹਨਾਂ ਦੀ ਰੋਜ਼ ਦੀ ਕਿਰਿਆ ਉਹ ਦੱਸ ਦਿੰਦੀ ਆ। ਜਿਨ੍ਹਾਂ ਨੇ ਆਪਣੀ ਪੱਤ ਗਵਾ ਲਈ, ਪਾਤਸ਼ਾਹ ਜੀ ਕਹਿੰਦੇ ਉਹ ਦੁਨੀਆ ਦੇ ਵਿੱਚ ਅਗਿਆਨੂ ਹੀ ਆ ਭਾਈ, ਪੱਤ ਗਵਾ ਲਈ। ਧਿਆਨ ਮਾਰ ਕੇ ਵੇਖਿਓ, ਦੁਨੀਆ ਦੇ ਵਿੱਚ ਰਹਿੰਦਿਆਂ ਹੋਇਆਂ ਇੱਥੋਂ ਵਿੱਚੋਂ ਆਪਾਂ ਥੋੜ੍ਹੀ ਜਿਹੀ ਗੱਲ ਲੈਣੀ ਆ। ਆਪਾਂ ਰੋਜ਼ ਬੜੇ ਠਰਮੇ ਦੇ ਨਾਲ, ਪਿਆਰ ਦੇ ਨਾਲ ਗੁਰਬਾਣੀ ਪੜ੍ਹਦੇ, ਸੁਣਦੇ, ਵਿਚਾਰਦੇ ਹਾਂ, ਤੇ ਬਾਣੀ ਦੇ ਵਿੱਚ ਇੱਕ ਨਹੀਂ ਅਨੇਕਾਂ ਥਾਵਾਂ ਤੇ ਲਿਖਿਆ ਹੋਇਆ ਵੀ ਹੈ ਵੀ ਸਭ ਕੁਛ ਵਾਹਿਗੁਰੂ ਜੀ ਤੁਹਾਡਾ ਹੀ ਆ, ਮੇਰਾ ਮੁੱਝ ਮੈਂ ਕੁਛ ਨਹੀਂ, ਮੇਰਾ ਕੁਝ ਵੀ ਨਹੀਂ ਹੈ, ਸਭ ਕੁਛ ਤੁਹਾਡਾ ਹੀ ਆ। ਬਾਕੀ ਸੱਚ ਆ, ਸਾਡਾ ਤਨ ਵੀ ਨਹੀਂ ਹੈ, ਇਹ ਵੀ ਬਦਲ ਜਾਂਦਾ ਗਾ। ਪਰ ਇੱਥੇ ਸਾਨੂੰ ਇੱਕ ਚੀਜ਼ ਦੀ ਸਿੱਖਿਆ ਮਿਲ ਗਈ ਵੀ ਇੱਕ ਚੀਜ਼ ਤਾਂ ਸਾਡੀ ਹੈ, ਜਿਵੇਂ ਆਪਾਂ ਕਹਿ ਦਈਏ ਨਾ, ਆਪਣੀ ਜ਼ਿੰਦਗੀ ਨੂੰ, ਸੋਹਣੀ ਜ਼ਿੰਦਗੀ ਨੂੰ, ਇੱਜ਼ਤ ਵਾਲੀ ਜ਼ਿੰਦਗੀ ਨੂੰ, ਪਿਆਰ ਭਰੀ ਜ਼ਿੰਦਗੀ ਨੂੰ ਜਿਉਣਾ, ਜਾਣੀ ਕਿ ਚੰਗਾ ਜਿਉਣਾ, ਇਹ ਤਾਂ ਸਾਡੇ ਹੱਥ 'ਚ ਹੈ। ਪੱਤ ਗਵਾਉਣੀ ਜਾਂ ਵਧਾਉਣੀ
ਇਹ ਤਾਂ ਸਾਡੇ ਹੱਥ 'ਚ ਆ। ਭਾਵੇਂ ਤਾਂ ਆਪਾਂ ਇੱਜ਼ਤ ਆਪਣੀ ਵਧਾ ਲਓ ਤੇ ਭਾਵੇਂ ਇੱਜ਼ਤ ਆਪਣੀ ਘਟਾ ਲਓ, ਇਹ ਚੀਜ਼ ਤਾਂ ਸਾਡੇ ਹੱਥ ਵਿੱਚ ਹੈਗੀ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਬਾਕੀ ਭਾਵੇਂ ਸਾਡੇ ਹੱਥ ਵਿੱਚ ਕੁਛ ਵੀ ਨਹੀਂ ਹੈ, ਚਾਹੇ ਮਹਿਲ ਨੇ, ਜ਼ਮੀਨਾਂ ਜਾਇਦਾਦਾਂ ਨੇ, ਜੋ ਵੀ ਸਾਡੀ ਇਰਦ ਗਿਰਦ ਪ੍ਰੋਪਰਟੀ ਆ ਨਾ, ਸਾਰੀ ਦੀ ਸਾਰੀ ਪ੍ਰੋਪਰਟੀ ਦੇ ਮਾਲਕ ਸਾਡੇ ਆਉਣ ਵਾਲੇ ਟਾਈਮ ਦੇ ਵਿੱਚ ਬੱਚੇ ਬੱਚੀਆਂ ਨੇ। ਸਾਡਾ ਕੁਛ ਨਹੀਂ। ਇਵੇਂ ਜਿਵੇਂ ਉਹਨਾਂ ਨਾਲ ਕਹਾਣੀ ਜੁੜੀ ਆ, ਆਉਣ ਵਾਲੇ ਟਾਈਮ ਦੇ ਵਿੱਚ ਨਾ ਹੀ ਉਹਨਾਂ ਦਾ ਸਭ ਕੁਛ, ਉਹਨਾਂ ਦੇ ਹੀ ਬੱਚੇ ਬੱਚੀਆਂ। ਪਰ ਗੁਰੂ ਸਾਹਿਬ ਜੀ ਕਹਿੰਦੇ ਤੇਰੇ ਹੱਥ ਵਿੱਚ ਆਹ ਚੀਜ਼ ਤਾਂ ਹੈ, ਭਾਵੇਂ ਤੂੰ ਇੱਜ਼ਤ ਆਪਣੀ ਗਵਾ ਲਾ ਤੇ ਭਾਵੇਂ ਇੱਜ਼ਤ ਆਪਣੀ ਵਧਾ ਲਾ, ਉਹ ਤੇਰੀ ਮਰਜ਼ੀ ਆ। ਇਹ ਚੀਜ਼ ਤੇਰੇ ਹੱਥ 'ਚ ਆ। ਇੱਥੇ ਹੁਣ ਲਿਖਿਆ ਪਿਆ ਆਪਾਂ ਜੋ ਗੁਰਬਾਣੀ ਵਿੱਚੋਂ ਪੜ੍ਹਿਆ, ਮਨਮੁਖ ਜਿਹੜੇ ਮਨ ਦੇ ਪਿੱਛੇ ਲੱਗ ਕੇ ਪਾਤਸ਼ਾਹ ਜੀ ਕਹਿੰਦੇ ਤੁਰਦੇ ਆ ਨਾ, ਮਨਮੁਖ ਹਉਮੈ, ਉਹ ਹਉਮੈ ਦੇ ਵਿੱਚ ਫਸ ਜਾਂਦੇ ਨੇ, ਹੰਕਾਰ ਦੇ ਵਿੱਚ ਫਸ ਜਾਂਦੇ ਨੇ। ਤੇ ਉਹਨਾਂ ਨੂੰ ਫਲ ਕੀ ਮਿਲਦਾ? ਉਹਨਾਂ ਨੂੰ ਫਲ ਇਹ ਮਿਲਦਾ ਕਿ ਪਾਤਸ਼ਾਹ ਕਹਿੰਦੇ ਨਾ ਪੱਤ ਗਵਾਈ, ਉਹ ਕਹਿੰਦੇ ਆਪਣੀ ਇੱਜ਼ਤ ਗਵਾ ਲੈਂਦੇ ਨੇ ਭਾਈ। ਇੱਜ਼ਤ ਗਵਾਉਣ ਤੋਂ ਭਾਵ ਹੁੰਦਾ ਇੱਜ਼ਤ ਦਾ ਰੁਲ ਜਾਣਾ, ਮਤਲਬ ਚੰਗੇ ਗੁਣਾਂ ਦਾ ਖਤਮ ਹੋ ਜਾਣਾ ਤੇ ਮਾੜੇ ਔਗੁਣਾਂ ਦਾ ਜ਼ਿੰਦਗੀ 'ਚ ਪ੍ਰਵੇਸ਼ ਹੋ ਜਾਣਾ। ਬਸ ਗੁਰਬਾਣੀ ਪੜ੍ਹਨ ਦਾ, ਸੁਣਨ ਦਾ, ਜਾਣੀ ਕਿ ਆਪਾਂ ਕਹਿ ਲਈਏ ਵੀ ਅਮਲ ਕਰਨ ਦਾ ਮਤਲਬ ਆਹੀ ਆ ਵੀ ਆਪਾਂ ਨੂੰ ਗੁਰੂ ਨਾਨਕ ਸਾਹਿਬ ਘੜਦੇ ਨੇ, ਤਰਾਸਦੇ ਨੇ। ਆਪਾਂ ਕੱਲ੍ਹ ਵੀ ਸੁਣਿਆ ਸੀ ਤੇ ਅੱਜ ਵੀ ਪਹਿਲੇ ਬੰਦ ਵਿੱਚ ਤਾਂ ਇਹੀ ਗੱਲ ਕਹੀ ਹੈ ਪਾਤਸ਼ਾਹ ਨੇ, ਸੋ ਗਿਆਨੀ ਉਹ ਗਿਆਨੀ ਜਿਨ ਸ਼ਬਦ ਲਿਵ ਲਾਈ, ਜਿਨ੍ਹਾਂ ਨੇ ਸ਼ਬਦ ਨਾਲ ਲਿਵ ਲਾ ਲਈ, ਜਾਣੀ ਕਿ ਜਿਨ੍ਹਾਂ ਨੇ ਆਪਣੇ ਮਾਲਕ ਨਾਲ ਚਿੱਤ ਜੋੜ ਲਿਆ। ਸੋ ਆਪਾਂ ਮਾਲਕ ਅੱਗੇ ਅਰਦਾਸ ਕਰੀਏ, ਪਾਤਸ਼ਾਹ ਮੇਰੇ ਹੱਥ ਵਿੱਚ ਭਾਵੇਂ ਕੁਛ ਵੀ ਨਹੀਂ ਹੈ, ਪਰ ਇੱਜ਼ਤ ਗਵਾਉਣੀ ਤੇ ਇੱਜ਼ਤ ਵਧਾਉਣੀ ਇਹ ਮੇਰੇ ਹੱਥ ਵਿੱਚ ਹੈ। ਤੇ ਇੱਜ਼ਤ ਗਵਾਉਣ ਵਾਲੇ ਗੁਣ ਨਾ ਮੇਰੀ ਜ਼ਿੰਦਗੀ 'ਚ ਆਉਣ ਔਗਣ, ਤੇ ਮੇਰੀ ਜ਼ਿੰਦਗੀ 'ਚ ਨਾ ਇੱਜ਼ਤ ਵਧਾਉਣ ਵਾਲੇ ਗੁਣ ਪੈਦਾ ਕਰ ਦਿਓ। ਇਹ ਤੁਸੀਂ ਕਿਰਪਾ ਕਰੋ। ਤੇ ਆਪਾਂ ਰੋਜ਼ ਪੜ੍ਹਦੇ ਵੀ ਆਂਗੇ, ਬੜੇ ਵਾਰੀ ਤੁਸੀਂ ਸੁਣਿਆ, ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦਾ ਸ਼ਾਹ, ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾਂ ਦਾ ਬੇਸਾਹ। ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਸਾਰਿਆਂ ਦੇ ਯਾਦ ਆ ਨਾ, ਵੀ ਜਿਹਦੇ ਕੋਲ ਬੈਠੇ ਆ ਸਾਡੀ ਇੱਜ਼ਤ ਵੱਧਦੀ ਆ। ਇੱਜ਼ਤ ਗੁਰੂ ਕੋਲੇ ਬੈਠਿਆਂ ਵੱਧਦੀ ਆ ਨਾ, ਤੇ ਗੁਰੂ ਕੋਲੇ ਬੈਠਣ ਨਾਲ ਇੱਜ਼ਤ 'ਚ ਕਮੀ ਨਹੀਂ ਆਉਂਦੀ। ਭਾਵੇਂ ਤਾਂ ਗੁਰੂ ਕੋਲੇ ਬੱਚੇ ਨੂੰ ਬਹਾ ਦੋ, ਬੱਚੇ ਦੀ ਇੱਜ਼ਤ ਵੀ ਵੱਧਦੀ ਹੈ। ਅਗਲਾ ਕਹਿੰਦਾ ਬੜਾ ਸਿਆਣਾ ਬੱਚਾ ਯਾਰ, ਗੁਰੂ ਕੋਲੇ ਰੋਜ਼ ਬਹਿੰਦਾ। ਭਾਵੇਂ ਗੁਰੂ ਕੋਲੇ ਨੌਜਵਾਨ 18-19 ਸਾਲ ਦੇ ਬੱਚੇ ਨੂੰ ਬਹਾ ਦੋ, ਤੇ ਚਾਹੇ ਆਪਣੇ ਗੁਰੂ ਕੋਲੇ ਨਾ ਚੜ੍ਹਦੀ ਜਵਾਨੀ ਵਿੱਚ ਸਾਡੀ ਧੀ ਨੂੰ, ਭੈਣ ਨੂੰ ਬਹਾ ਦੋ, ਇੱਜ਼ਤ ਵਧੂ ਘਟੂ ਨਹੀਂ। ਅਗਲਾ ਕਹਿੰਦਾ ਫਲਾਨਿਆਂ ਦੀ ਧੀ ਆ ਵੀ ਬੜੀ ਸਿਆਣੀ ਆ, ਬੜੀ ਠੰਮੇ ਦੇ ਨਾਲ ਪਾਠ ਕਰਦੀ ਆ, ਵਿਚਾਰ ਕਰਦੀ ਆ, ਸਤ ਸੰਗਤ ਕਰਦੀ ਆ, ਬੜਾ ਜ਼ਿੰਦਗੀ 'ਚ ਇਹਦੇ 'ਚ ਗੁਣ ਆਗਾ। ਦੇਖੋ ਕਿੰਨੀ ਸੋਹਣੀ ਗੱਲ ਬਣ ਗਈ ਨਾ, ਵੀ ਗੁਰੂ ਕੋਲੇ ਬੈਠਿਆ। ਅੱਛਾ, ਉਹੀ ਬੱਚੀ ਕਿਸੇ ਡੇਰੇਦਾਰ ਕੋਲੇ ਮਾਪੇ ਭੇਜਣ ਲੱਗ ਜਾਣ, ਲੋਕ ਸ਼ੱਕ ਦੀ ਨਿਗਾਹ ਨਾਲ ਵੇਖਣ ਲੱਗ ਜਾਂਦੇ ਆ, ਇੱਜ਼ਤ ਘਟ ਗਈ। ਆਪਾਂ ਸਾਰੇ ਹੁਣ ਗੁਰੂ ਕੋਲੇ, ਮੈਂ ਵੀ ਬੈਠਾ ਗੁਰੂ ਕਰਕੇ ਇੱਜ਼ਤ ਆ, ਤੁਹਾਡੀ ਵੀ ਗੁਰੂ ਕਰਕੇ ਇੱਜ਼ਤ, ਆਪਾਂ ਸਾਰੇ ਗੁਰੂ ਕੋਲੇ ਬੈਠੇ ਆਂਗੇ। ਪਰ ਚੇਤਾ ਰੱਖਿਓ, ਆਪਾਂ ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਤੋਂ ਪਾਸੇ ਹੋ ਜਾਈਏ, ਗੁਰੂ ਦੀ ਜਗ੍ਹਾ ਤੇ ਕੋਈ ਲੀਡਰ ਬਹਾਲ ਗਏ, ਇੱਜ਼ਤ ਵਧੂ ਕਿ ਘਟੂਗੀ? ਅੰਦਾਜ਼ਾ ਲਾਓ। ਡਾਉਣ ਪੈ ਗਈ ਨਾ। ਹੁਣੀ ਤਜਰਬਾ ਕਰਕੇ ਵੇਖ ਲਓ, ਕਿਸੇ ਗਰਕੇ ਹੋਏ ਬੰਦਿਆਂ ਨਾਲ ਹੱਥ ਮਿਲਾ ਲਓ, ਪਤਾ ਨਾ ਆਪਾਂ ਨੂੰ, ਨਾਲੇ ਪਤਾ ਹੀ ਹੁੰਦਾ ਵੀ ਜਿਹਦੇ ਨਾਲ ਯਾਰੀਆਂ ਪਾਈਆਂ ਪਈਆਂ ਗੁਰੂ ਨੂੰ ਛੱਡ ਕੇ, ਗੁਰੂ ਨੂੰ ਛੱਡ ਕੇ ਨਾ ਜਿਹਦੇ ਨਾਲ ਯਾਰੀਆਂ ਪਾਈਆਂ, ਵੀ ਜੀਵਨ ਗਰਕਿਆ ਵਿਆ, ਇੱਜ਼ਤ ਤੋਂ ਵੀ ਗਿਰੇ ਪਏ ਨੇ, ਇਹ ਰਿਸ਼ਵਤਖੋਰੀ ਵੀ ਆ, ਘਪਲੇ ਵੀ ਕਰਦੇ ਨੇ, ਚੋਰੀਆਂ ਵੀ ਕੀਤੀਆਂ ਨੇ, ਨਸ਼ੇ ਛਡਾਉਣ ਦੀ ਥਾਂ ਤੇ ਨਸ਼ੇ ਇਹ ਵੰਡਦੇ ਵੀ ਆ। ਠੀਕ ਹੈ ਨਾ, ਸਾਰੇ ਔਗੁਣਾਂ ਦਾ ਪਤਾ। ਤੇ ਫਿਰ ਵੀ ਜਦੋਂ ਆਪਾਂ ਉਹਦੇ ਕੋਲੇ ਬੈਠਾਂਗੇ ਨਾ, ਉਹਦੇ ਨਾਲ ਹੱਥ ਮਿਲਾਵਾਂਗੇ, ਉਹਦੇ ਨਾਲ ਤੁਰਾਂਗੇ, ਤਾਂ ਜ਼ਿੰਦਗੀ ਦੇ ਵਿੱਚ ਸੋਭਾ ਘਟਦੀ ਆ, ਵੱਧਦੀ ਨਹੀਂ ਹੈ। ਇਸੇ ਨੂੰ ਗੁਰੂ ਸਾਹਿਬ ਨੇ ਕਿਹਾ ਗਾ ਵੀ ਜੇ ਤਾਂ ਵਧਾਉਣੀ ਆ ਇੱਜ਼ਤ ਤਾਂ ਗੁਰੂ ਕੋਲੇ ਆ ਜਾ, ਜੇ ਘਟਾਉਣੀ ਆ ਤਾਂ ਭਾਈ ਕਿਸੇ ਵੀ ਗਿਰੇ ਹੋਏ ਬੰਦੇ ਕੋਲੇ ਚਲਾ ਜਾ। ਤਾਈਓ ਸਤ ਸੰਗਤ ਨੂੰ ਸੋਭਾ ਦਿੱਤੀ ਵੀ। ਇੱਥੇ ਮੈਂ ਥੋੜ੍ਹੀ ਜਿਹੀ ਹੋਰ ਵਿਚਾਰ ਵਧਾਉਣੀ ਚਾਹੁੰਦਾ
ਜਿਵੇਂ ਕਿ ਤੁਸੀਂ ਨਾ ਗੁਰੂ ਕੀ ਪਾਵਨ ਬਾਣੀ ਭਗਤ ਕਬੀਰ ਸਾਹਿਬ ਜੀ ਦਾ ਬਚਨ ਬੜੇ ਵਾਰੀ ਸੁਣਿਆ। ਦੇਖੋ ਗੱਲ ਸਾਰੀ ਬਾਣੀ ਮੁਤਾਬਕ ਹੀ ਆ, ਬਾਣੀ ਤੋਂ ਇੱਧਰ ਉੱਧਰ ਨਹੀਂ ਹੋਵੇਗੀ। ਭਗਤ ਕਬੀਰ ਸਾਹਿਬ ਜੀ ਕਹਿੰਦੇ, ਸਨਕ ਸਨੰਦ ਮਹੇਸ਼ ਸਮਾਨਾ, ਸੇਖ ਨਾਗ ਤੇਰੋ ਮਰਮ ਨਾ ਜਾਨਾ। ਮਰਮ ਤੋਂ ਭਾਵ ਭੇਦ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨਾ, ਸਨਕ ਸਨੰਦ, ਸਨਕ ਸਨੰਦ ਸਨੰਤਨ ਸਨਤ ਕੁਮਾਰ, ਇਹ ਬ੍ਰਹਮਾ ਦੇ ਪੁੱਤ ਨੇ। ਬ੍ਰਹਮਾ ਦੇ ਜਾਣੀ ਕਿ ਜਵਾਕਾਂ ਦਾ ਨਾਂ ਗਾ। ਸਨਕ ਸਨੰਦ ਸਨੰਤਨ ਸਨਤ ਕੁਮਾਰ, ਬ੍ਰਹਮਾ ਦੇ ਉਹਦੇ ਜਾਣੀ ਕਿ ਜਵਾਕਾਂ ਦਾ ਨਾਮ ਹੈਗਾ। ਚਾਰਾਂ ਦਾ ਨਾਮ ਗੁਰੂ ਇੱਥੇ ਭਗਤ ਕਬੀਰ ਸਾਹਿਬ ਜੀ ਨੇ ਲੈ ਲਿਆ। ਸਨਕ ਸਨੰਦ, ਫਿਰ ਉਦੋਂ ਗਾਹਾਂ ਮਹੇਸ਼, ਉਹਦਾ ਵੀ ਤੁਹਾਨੂੰ ਪਤਾ ਵੀ ਕਿਹਦਾ ਨਾਂ ਗਾ, ਉਹ ਸ਼ਿਵ ਦਾ ਨਾਮ ਆ ਨਾ, ਮਹੇਸ਼ ਸਮਾਨਾ। ਅੱਗੇ ਲਿਖਿਆਗਾ ਸੇਖ ਨਾਗ, ਸ਼ੇਸ਼ ਨਾਗ ਤੋਂ ਭਾਵ ਸ਼ੇਸ਼ ਨਾਗ, ਜਿਹਦੇ ਮੰਨਿਆ ਜਾਂਦਾ ਵੀ ਹਜ਼ਾਰਾਂ ਫਣ ਨੇ ਸੱਪ ਦੇ। ਵੈਸੇ ਤਾਂ ਹਜ਼ਾਰ ਮੂੰਹ ਵਾਲਾ ਸੱਪ ਹੁੰਦਾ ਨਹੀਂ, ਨਾ ਤੁਸੀਂ ਦੇਖਿਆ ਨਾ ਮੈਂ ਵੇਖਿਆ, ਪਰ ਮੰਨਿਆ ਗਿਆ ਹਨਾ। ਮੰਨਣ ਨੂੰ ਕੀ ਹੈ, ਗੱਪ ਕਹਾਣੀਆਂ ਬਣੀ ਜਾਂਦੀਆਂ ਨੇ। ਸੇਖ ਨਾਗ ਜਿਹੜਾ ਕਿ ਵਿਸ਼ਨੂੰ ਦੇ ਉੱਪਰ ਆਪਣਾ ਫਣ ਖਿਲਾਰ ਕੇ ਰੱਖਦਾ ਗਾ, ਤੇ ਸਮੇਤ ਵਿਸ਼ਨੂੰ ਦੇ। ਸੇਖ ਨਾਗ ਤੇਰੋ ਮਰਮ ਨਾ ਜਾਨਾ, ਜਣੀ ਕਿ ਇਉਂ ਕਹਿ ਲਓ ਆ ਦੋ ਲਾਈਨਾਂ ਦੇ ਵਿੱਚ ਨਾ ਭਗਤ ਕਬੀਰ ਸਾਹਿਬ ਜੀ ਨੇ ਸਾਰਿਆਂ ਦੀ ਜ਼ਿਕਰ ਕਰਤਾ। ਇਹਦੇ ਚ ਕੋਈ ਵੀ ਨਹੀਂ ਛੱਡਿਆਗਾ। ਛੋਟੀ ਮਤਲਬ ਕਿ ਆਵਾਜ਼ ਦੇ ਵਿੱਚ, ਥੋੜੀ ਜੀ ਗੱਲ ਦੇ ਵਿੱਚ ਰਿਜ਼ਲਟ ਜਿਹੜਾ ਬਹੁਤ ਵੱਡਾ ਸਾਨੂੰ ਸਾਡੇ ਸਾਹਮਣੇ ਪੇਸ਼ ਕਰਤਾ ਕਬੀਰ ਸਾਹਿਬ ਨੇ। ਤੇ ਅੱਗੇ ਕੀ ਜ਼ਿਕਰ ਕੀਤਾ, ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹਨਾਂ ਦੇ ਨਾਲ ਮਿਲ ਕੇ, ਇਰਦ ਗਿਰਦ ਰਹਿ ਕੇ, ਇਹਨਾਂ ਦੀ ਪੂਜਾ ਕਰਕੇ, ਇਹਨਾਂ ਨਾਲ ਜੁੜ ਕੇ, ਜਿਨ੍ਹਾਂ ਨੂੰ ਲੋਕ ਚਾਹੁੰਦੇ ਨੇ, ਮੰਨਦੇ ਨੇ, ਦੇਵਤੇ ਮੰਨਦੇ ਨੇ, ਇਹਨਾਂ ਨੂੰ ਭਾਵ ਮਿਲ ਕੇ ਨਾ ਕੁਛ ਨਹੀਂ ਬਣਨਾ ਗਾ। ਬਸ ਇੰਨੀ ਗੱਲ ਕਹਿੰਦੀ, ਕੁਛ ਵੀ ਨਹੀਂ ਬਣਨਾ। ਹੋਰ ਕਿਹਦੇ ਨਾਲ ਕੁਛ ਅੱਗੇ ਬਣੂਗਾ। ਭਗਤ ਕਬੀਰ ਸਾਹਿਬ ਜੀ ਕਹਿੰਦੇ ਸਤ ਸੰਗਤ, ਅਗਲੀ ਤੋਕ ਆ ਗਈ, ਰਾਮ ਹਿਰਦੈ ਵਸਾਈ। ਕਬੀਰ ਸਾਹਿਬ ਜੀ ਕਹਿੰਦੇ ਨਾ, ਅਸਲ ਦੇ ਵਿੱਚ ਤੂੰ ਸਤ ਸੰਗੀਆਂ ਦੇ ਵਿੱਚ ਜਾ ਕੇ ਬਹਿ ਜਾ। ਹੁਣ ਗੱਲ ਕਿੱਥੇ ਪਹੁੰਚ ਗਈ, ਜਿੱਥੋਂ ਆਪਾਂ ਛੱਡੀ ਸੀ ਵੀ ਮਨਮੁਖ ਹਉਮੈ ਪਤ ਗਵਾਈ। ਮਨਮੁਖ ਹਉਮੈ ਦੇ ਵਿੱਚ ਫਸ ਕੇ ਗਿਰੇ ਹੋਏ ਬੰਦਿਆਂ ਨਾਲ ਯਾਰੀ ਪਾਲੇ, ਹੱਥ ਮਿਲਾ ਲੇ, ਇੱਜ਼ਤ ਗਿਰ ਜਾਂਦੀ ਆ। ਤੇ ਭਾਵ ਗੁਰੂ ਸਾਹਿਬ ਜੀ ਕਹਿੰਦੇ ਸਤ ਸੰਗੀ, ਸਤ ਸੰਗੀ ਭਾਵੇਂ ਆਮ ਲੋਕ ਨੇ, ਮਿਹਨਤ ਕਰਨ ਵਾਲੇ, ਮਜ਼ਦੂਰੀ ਕਰਨ ਵਾਲੇ। ਵੈਸੇ ਸਤ ਸੰਗਤ ਤਾਂ ਹੁੰਦੀ ਆਮ ਨੇ, ਖਾਸ ਤਾਂ ਹੁੰਦੇ ਨਹੀਂ। ਖਾਸ ਤਾਂ ਫਿਰ ਆਪਾਂ ਨੂੰ ਪਤਾ ਨਾ, ਖਾਸ ਹੀ ਬਣ ਕੇ ਰਹਿੰਦਾ ਹੁੰਦਾ ਵੀ ਜੀ ਮੈਂ ਤਾਂ ਖਾਸ ਹਾਂ, ਮੈਂ ਕਿਵੇਂ ਸੋਹਣਾ ਲੱਗੂ ਉੱਥੇ ਬੈਠਾ ਭਲਾ। ਇੱਥੇ ਤਾਂ ਆਮ ਹੀ ਬਹਿੰਦੇ। ਅੱਛਾ, ਜੇ ਕੋਈ ਅਮੀਰ ਹੈ ਵੀ, ਮੰਨ ਲਓ ਜੇ ਕੋਈ ਹੈ ਵੀ ਰੱਬ ਦਾ ਪਿਆਰਾ ਨਾ, ਵੀ ਉਹਦੇ ਘਰੇ ਵਾਹਿਗੁਰੂ ਨੇ ਕੁਛ ਵੀ ਨਹੀਂ ਲੁਕੋ ਕੇ ਰੱਖਿਆ, ਸਭ ਕੁਛ ਹੈ, ਤਾਂ ਉਹ ਆਮ ਬਣ ਕੇ ਆਊਗਾ, ਤਾਂ ਉਹ ਆਮ ਬਣ ਕੇ ਆਊਗਾ, ਉਹ ਖਾਸ ਬਣ ਕੇ ਨਹੀਂ ਆਉਂਦਾ। ਇੱਥੇ ਅਕਬਰ ਵੀ ਕਦੇ ਆਮ ਜਿਹਾ ਬਣ ਕੇ ਆਇਆ ਸੀ, ਹੈ ਨਾ। ਅਕਬਰ ਦੀ ਪੋਸਟ ਬਹੁਤ ਵੱਡੀ ਆ ਨਾ, ਪੂਰੇ ਹਿੰਦੁਸਤਾਨ ਦਾ ਪ੍ਰਧਾਨ ਆ, ਪਰ ਬਾਬੇ ਨਾਨਕ ਦੇ ਘਰੇ ਨਾ ਆਮ ਜਿਹਾ ਬਣ ਕੇ ਆਇਆ ਸੀ। ਕਹਿੰਦਾ ਮੈਂ ਸਪੈਸ਼ਲ ਬਣ ਕੇ ਨਹੀਂ ਜਾਣਾ। ਇਹਦਾ ਮਤਲਬ ਅਕਬਰ ਵੀ ਸਿਆਣਾ ਸੀ ਨਾ, ਤੇ ਸਾਡੇ ਵਰਗਾ ਸਪੈਸ਼ਲ ਬਣ ਕੇ ਆਉਂਦਾ ਗਾ। ਸਪੈਸ਼ਲ ਬਣਨ ਤੋਂ ਭਾਵ ਤਾਂ ਸਮਝਦੇ ਆ ਨਾ ਵੀ ਲੋਕ ਚੱਜ ਨਾਲ ਮੈਨੂੰ ਮੱਥਾ ਜਾ ਵੀ ਟੇਕਣ, ਫਤਿਹ ਜੀ ਵੀ ਬੁਲਾਉਣ, ਮੇਰੇ ਕਿ ਨਹੀਂ ਝਾਕਦੇ ਆ ਕਿ ਨਹੀਂ ਝਾਕਦੇ, ਠਰਮੇ ਜੀ ਨਾਲ ਅਲੱਗ ਹੀ। ਬਾਹਰ ਭਾਵੇਂ ਕਿਵੇਂ ਤੁਰਦਾ ਹੋਵੇ, ਪਰ ਇੱਥੇ ਖਾਸ ਤੌਰ ਵੀ ਖਾਸ ਤੁਰਦਾ ਹੁੰਦਾ ਗਾ, ਖਾਸ ਤੌਰ। ਫਿਰ ਨਾਲ ਦੋ ਤਾਰ ਜੋਟੀਦਾਰ ਵੀ ਲਿਆਉਣਾ ਹੁੰਦਾ ਗਾ ਵੀ ਆਹ ਦੇਖੋ, ਐਵੇਂ ਨਾ ਜਾਣਿਓ ਸਾਨੂੰ, ਗੱਲਬਾਤ ਹੈਗੀ ਆ, ਹੋਊਗੀ ਇਹ ਗੱਲਬਾਤ, ਪਰ ਗੁਰੂ ਕੋਲ ਨਹੀਂ ਚੱਲਣੀ, ਹੈ ਨਾ। ਅਕਬਰ ਨੇ ਸਾਰਾ ਕੁਝ ਪਿੱਛੇ ਛੱਡਤਾ ਸੀਗਾ, ਛੱਡ ਕੇ ਪਿੱਛੇ ਤੇ ਆਮ ਜਾ ਬਣ ਕੇ ਆ ਗਿਆ। ਆਮ ਬਣ ਕੇ ਆਏ ਨੂੰ ਗੁਰੂ ਮਿਲ ਪਿਆ ਸੀ, ਗੁਰੂ ਮਿਲ ਪਿਆ ਸੀ, ਆਮ ਬਣ ਕੇ ਆਏ ਨੂੰ ਗੁਰੂ ਮਿਲ ਪਿਆ ਸੀਗਾ। ਹੁਣ ਗੁਰੂ ਸਾਹਿਬ ਨੇ ਇੱਥੇ ਕਹਿਤਾ ਵੀ ਤੂੰ ਸਤ ਸੰਗਤ ਚ ਆ ਜਾ। ਕਿਉਂ? ਕਿਉਂਕਿ ਸਤ ਸੰਗਤ ਵਿੱਚ ਨਾ ਗਿਆਨੀ ਬੈਠੇ ਆ। ਸੋ ਗਿਆਨੀ ਜਿਨ ਸ਼ਬਦ ਲਿ ਬੁਲਾਈ, ਸਤ ਸੰਗਤ ਵਿੱਚ ਗਿਆਨੀ ਬੈਠੇ ਨੇ। ਸਤ ਸੰਗਤ ਵਿੱਚ ਜੁੜ ਜਾਏਗਾ, ਗੁਰੂ ਨਾਲ ਜੁੜ ਜਾਏਗਾ, ਬਸ ਇੰਨਾ ਹੀ ਮਤਲਬ ਆ। ਸਤ ਸੰਗਤ ਦੀ ਮਹੱਤਤਾ ਵੱਡੀ ਵੱਡੀ ਦੱਸੀ ਆ ਪਾਤਸ਼ਾਹ ਨੇ। ਇੱਥੋਂ ਸਾਨੂੰ ਕਬੀਰ ਸਾਹਿਬ ਦੀ ਪਾਵਨ ਬਾਣੀ ਤੋਂ ਸਿੱਧ ਹੋ ਗਿਆ
ਆਪਣੇ ਆਪ ਵਿੱਚੋਂ ਹਉਮੈ ਮੈਂ ਮੇਰੀ ਖੋਟੀ ਮੱਤ ਨੂੰ ਤਿਆਗ ਕੇ ਸਤ ਸੰਗੀਆਂ ਨਾਲ ਮਾਲਕ ਜੀ ਕਹਿੰਦੇ ਆਪਾਂ ਲਿਹਾਜ਼ ਜਾਰੀ ਪਾਲ ਗਏ ਤਾਂ ਜੀਵਨ ਸਵੱਸ ਹੋ ਸਕਦਾ, ਜਾਣੀ ਕਿ ਵਧੀਆ ਹੋ ਸਕਦਾ। ਕਹਿਣ ਤੋਂ ਭਾਵ ਅਸੀਂ ਗਿਆਨੀ ਬਣ ਸਕਦੇ ਹਾਂ। ਗਿਆਨੀਆਂ ਵਾਸਤੇ ਨਾ ਸਪੈਸ਼ਲ ਕੋਈ ਇਹ ਨਹੀਂ ਕਹਿ ਸਕਦੇ ਕੋਈ ਸਕੂਲ ਖੁੱਲਿਆ ਹੋਇਆ ਹੈਗਾ, ਸਪੈਸ਼ਲ ਕੋਈ ਕਾਲਜ ਯੂਨੀਵਰਸਿਟੀ ਹੈ। ਹਾਂ, ਉੱਦਾਂ ਗੁਰਮਤਿ ਦੀ ਵਿੱਦਿਆ ਗ੍ਰਹਿਣ ਕਰਵਾਉਣ ਵਾਸਤੇ ਸਕੂਲ ਕਾਲਜ ਹੋ ਸਕਦੇ ਆ, ਪਰ ਗਿਆਨੀ ਦੀ ਪੋਸਟ ਤੇ ਪਹੁੰਚਣ ਦੇ ਲਈ ਸਪੈਸ਼ਲ ਸਕੂਲ ਕੋਈ ਨਹੀਂ। ਗਿਆਨੀ ਦਾ ਪਾਤਸ਼ਾਹ ਜੀ ਕਹਿੰਦੇ ਆਹ ਹੁੰਦਾ। ਚਲੋ ਗਿਆਨੀ ਵੀ ਆਪਾਂ ਛੱਡੋ, ਆਪਾਂ ਬ੍ਰਹਮ ਗਿਆਨੀ ਦੀ ਗੱਲ ਮੰਨ ਲਓ। ਦੁਨੀਆ ਦੇ ਵਿੱਚ ਬ੍ਰਹਮ ਗਿਆਨੀ ਦੀ ਗੱਲ ਕੀਤੀ ਜਾਂਦੀ ਹੈ। ਜ਼ਿਆਦਾਤਰ ਜਿਹੜੇ ਲੋਕ ਆਮ ਡੇਰੇ ਵਰਗ ਨਾਲ ਜੁੜੇ ਹੋਏ ਨਾ ਉਹ ਗੱਲ ਕਰਦੇ ਨੇ, ਇਹ ਸਾਡੇ ਜੀ ਮਹਾਂਪੁਰਖ ਬ੍ਰਹਮ ਗਿਆਨੀ ਨੇ। ਗਿਆਨੀ ਨੂੰ ਤਾਂ ਛੱਡੋ, ਆਪਾਂ ਗਿਆਨੀ ਦੀ ਤਾਂ ਪਰਿਭਾਸ਼ਾ ਦਾ ਪਤਾ ਲੱਗ ਗਿਆ, ਜਿਹਨੂੰ ਗੁਰੂ ਦੀ ਮੱਤ ਆ, ਗਿਆਨ ਆ, ਭੈਣ ਭਾਈਆਂ ਵਿੱਚ ਮਿਲਣ ਦਾ ਪਤਾ ਹੈਗਾ, ਗੱਲਬਾਤ ਕਰਨ ਦਾ ਪਤਾ, ਗੁਣ ਨੇ, ਉਹਦੀ ਗੁਫ਼ਤਾਰ, ਉਹਦੀ ਰਫ਼ਤਾਰ, ਉਹਦਾ ਵਿਵਹਾਰ, ਉਹਦਾ ਆਚਾਰ ਵਧੀਆ, ਉਹ ਗਿਆਨੀ ਹੈ। ਭੁੱਲਿਓ ਨਾ ਕਦੇ ਵੀ। ਗਿਆਨੀ ਕੌਣ ਆ? ਵਿਵਹਾਰ ਉਹਦਾ ਵਰਤਾਓ ਵਧੀਆ ਹੋਵੇ, ਆਚਾਰ ਉਹਦਾ ਆਚਰਣ ਵਧੀਆ ਹੋਵੇ, ਗੁਫ਼ਤਾਰ ਉਹਦੀ ਬੋਲੀ ਵਧੀਆ ਹੋਵੇ, ਰਫ਼ਤਾਰ ਉਹਦਾ ਚਾਲ ਚੱਲਣ ਵਧੀਆ ਹੋਵੇ। ਜਿਹਦੇ ਵਿੱਚ ਆ ਚਾਰੇ ਗੁਣ ਨੇ, ਵਾਹਿਗੁਰੂ ਜੀ ਕਹਿੰਦੇ ਉਹ ਗਿਆਨੀ ਆ। ਬਸ ਇਹ ਕਿਸੇ ਦਿਹਾੜੀ ਕਰਨ ਵਾਲੇ, ਦੇਖੋ ਇਹ ਕਿਸੇ ਗੋਹਾ ਕੂੜਾ ਕਰਨ ਵਾਲੇ ਬੰਦੇ 'ਚ ਵੀ ਹੋ ਸਕਦੇ ਆ ਗੁਣ, ਆਹੀ ਗੁਣ। ਤੇ ਹੁਣ ਅੱਜ ਸਾਡਾ ਆਚਾਰ ਵੀ ਖਤਮ ਹੀ ਆ, ਸਾਡੀ ਬੋਲੀ ਵੀ, ਤੇ ਸਾਡੀ ਰਫ਼ਤਾਰ ਵੀ, ਚਾਲ ਚੱਲਣ ਵੀ, ਤੇ ਸਾਡਾ ਵਿਹਾਰ ਤਾਂ ਗਲਤ ਹੈ ਹੀ ਹੈ। ਉਹ ਤਾਂ ਅਸੀਂ ਸਾਰੇ ਪਿੰਡ ਦੇ ਮੰਨ ਲਓ ਵੀ ਉਦਾਹਰਨ ਹੀ ਹੈ ਇੱਕ ਸਮਝਣ ਵਾਸਤੇ, ਵੀ ਜੀ ਦੇ ਅਸੀਂ ਕਰਜਈ ਹੋ ਜਾਂਦੇ ਆ। ਮਤਲਬ ਸੋਚਦੇ ਕੀ ਆ, ਖਬਣੀ ਵੀ ਇਹਦੇ ਨਾਲ ਧੋਖਾ ਕਰਕੇ, ਇਹਦੇ ਨਾਲ ਧੋਖਾ ਕਰਕੇ, ਚੌਥੇ ਨਾਲ ਧੋਖਾ ਕਰਕੇ ਜ਼ਿੰਦਗੀ 'ਚ ਪਾਸ ਹੋ। ਪਾਤਸ਼ਾਹ ਕਹਿੰਦੇ ਨਹੀਂ, ਇਹ ਗੁਣ ਨੇ ਬੇਟਾ, ਇਹ ਗੁਣਾਂ ਨੂੰ ਆਪਣੀ ਜ਼ਿੰਦਗੀ 'ਚ ਰਿਹਾ ਵਾਧਾ ਘਾਟਾ ਚੱਲਦੀ ਰਹਿੰਦਾ, ਪਰ ਗੁਣ ਨਾ ਗਵਾਈ। ਚਲੋ ਹੁਣ ਗੁਰੂ ਸਾਹਿਬ ਨੇ ਦੱਸਤਾ ਵੀ ਆਹ ਕੰਡੀਸ਼ਨ ਦਾ ਬੰਦਾ ਭਾਈ ਵਧੀਆ ਕੁਆਲਿਟੀ ਦਾ ਗਿਆਨੀ ਬਣ ਸਕਦਾ। ਸੋ ਗਿਆਨੀ, ਅੱਛਾ ਇਹ ਕੰਡੀਸ਼ਨ ਕਿਹਦੇ 'ਚ ਪੈਦਾ ਹੋ? ਜਿਹਨੇ ਸ਼ਬਦ ਨਾਲ ਲਿਵ ਜੋੜਨ ਦੀ। ਇੱਥੋਂ ਤੱਕ ਆਪਾਂ ਨੂੰ ਪਤਾ ਲੱਗ ਗਿਆ। ਹੁਣ ਛੋਟੀ ਜੀ ਗੱਲ ਆਪਾਂ ਬ੍ਰਹਮ ਗਿਆਨੀ ਤੇ ਵੀ ਕਰਨੀ ਆ, ਕਿਉਂਕਿ ਗੱਲ ਚਲਦੀ ਚਲਦੀ ਉਧਰ ਨੂੰ ਆ ਗਈ। ਹੁਣ ਬ੍ਰਹਮ ਗਿਆਨੀ ਬਾਰੇ ਆਪਾਂ ਗੁਰੂ ਨੂੰ ਪੁੱਛ ਲਓ ਇਹ ਵੀ ਗੱਲ, ਕਿਉਂਕਿ ਗੁਰੂ ਹੀ ਵੱਡਾ ਨਾ। ਤੇ ਗੁਰੂ ਨੇ, ਜੇ ਤਾਂ ਆਪਾਂ ਕਿਸੇ ਬਾਬੇ ਨੂੰ ਪੁੱਛਾਂਗੇ ਵੀ ਬ੍ਰਹਮ ਗਿਆਨੀ ਕੌਣ ਹੁੰਦਾ, ਫਿਰ ਤਾਂ ਬਾਬਾ ਨਾ ਬਾਬੇ ਦੀ ਫੋਟੋ ਬਣਾਊਗਾ। ਬ੍ਰਹਮ ਗਿਆਨੀ ਪਤਾ ਕੌਣ ਹੁੰਦਾ? ਇੱਕੋ ਜਿਹੇ ਰੰਗ ਦੇ ਕੱਪੜੇ, ਇੱਕੋ ਜਿਹੇ ਦੇ ਨਿਸ਼ਾਨੀਆਂ ਦੱਸਦਾ। ਹੁਣ ਬਾਬੇ ਦੀਆਂ, ਬਾਬੇ ਦਾ ਚੇਲਾ ਨਾਲ 2 4 5 7 ਬਾਡੀਗਾਰਡ, ਇੱਕ ਦੇ ਹੱਥ 'ਚ ਗੜਬਾ ਜਿਹਾ ਫੜਿਆ ਹੁੰਦਾ, ਉਹ ਪਤਾ ਨਹੀਂ ਕਾਹਦੇ ਵਾਸਤੇ ਚੱਕਿਆ ਹੁੰਦਾ। ਚਲੋ ਕਦੇ ਲੋੜ ਸੀ ਪਾਣੀ ਧਾਣੀ ਦੀ, ਬੰਦਾ ਨਾਲ ਲੈ ਕੇ ਤੁਰ। ਅੱਜ ਵੀ ਲੋੜ ਆ, ਅੱਜ ਪਾਣੀ ਦੇ ਸਾਧਨ ਹੋਰ ਬੜੇ ਨੇ। ਚਲੋ ਜੇ ਪਾਣੀ ਦੀ ਲੋੜ ਆ ਗੱਡੀ 'ਚ ਹੀ ਰੱਖਿਓ ਤਾਂ ਕੀ ਆ। ਹੁਣ ਆਪਾਂ ਨੂੰ ਅੱਧਾ ਘੰਟਾ ਸੰਗਤ ਜਾ ਕੇ ਤਾਂ ਕੋਈ ਕਿਸੇ ਤਰ੍ਹਾਂ ਦੀ ਪਿਆਸ ਲੱਗਦੀ ਨਹੀਂ ਹੈ, ਠੀਕ ਹੈ ਨਾ। ਤੇ ਨਾਲ ਜੋੜੇ ਚੱਕਣ ਵਾਲਾ ਅਲੱਗ, ਬਾਬੇ ਦੇ ਕੱਪੜੇ ਸੈੱਟ ਕਰਨ ਵਾਲਾ ਅਲੱਗ, ਇੱਦਾਂ ਦੀਆਂ ਨਿਸ਼ਾਨੀਆਂ ਉਹ ਦੱਸੂਗਾ। ਨਾਲ ਤੌਲਗਾ ਚੱਕਣ ਵਾਲਾ ਵੀ ਇੱਕ ਅੱਧਾ ਹੋਊਗਾ। ਇਹ ਬ੍ਰਹਮ ਗਿਆਨੀ ਦੇ ਲੱਛਣ ਨੇ ਭਾਈ। ਚਲੋ ਗੁਰੂ ਸਾਹਿਬ ਕਹਿੰਦੇ ਹੁਣ ਸੋਚੋ ਤੁਸੀਂ ਵੀ ਕੀ ਇਹ ਬ੍ਰਹਮ ਗਿਆਨੀ ਹੈ? ਬਾਬਾ ਨਾਨਕ ਵੀ ਇਹ ਰੱਖਦਾ ਸੀ ਨਾਲ? ਨਾ, ਬਾਬਾ ਨਾਨਕ ਨਾਲ ਤਾਂ ਰੱਖਦਾ ਸੀ, ਕਿਸੇ ਵਿਅਕਤੀ ਨੂੰ, ਇੱਕ ਨੂੰ ਹੀ ਰੱਖਿਆ ਉਹਨੇ। ਤੇ ਤੁਸੀਂ ਕਹੋਗੇ ਬਾਬੇ ਨਾਨਕ ਦੇ ਨਾਲ ਇੱਕ ਬਾਲਾ ਸੀ, ਇੱਕ ਮਰਦਾਨਾ ਸੀ। ਬਾਲਾ ਨਹੀਂ ਸੀਗਾ ਭਾਈ। ਇਹ ਤਾਂ ਚਲੋ ਆਪਾਂ ਅੱਜ ਦੁਬਾਰਾ ਰਿਪੀਟ ਕਰਤਾ, ਬੜੇ ਵਾਰੀ ਰਿਪੀਟ ਕੀਤਾ। ਨਾ ਹੀ ਕਦੇ ਆਪਾਂ ਬਾਲੇ ਦੀ ਤੁਹਾਨੂੰ ਸਾਖੀ ਸੁਣਾਈ ਆ, ਕਿਉਂਕਿ ਜਿਹੜੇ ਰਾਹ ਜਾਣੇ ਹੀ ਨਹੀਂ ਉਹ ਰਾਹ ਪੁੱਛਣ ਦੀ ਵੀ ਲੋੜ ਨਹੀਂ ਹੈ, ਜਦੋਂ ਹੈ ਹੀ ਨਹੀਂ, ਗੱਲ ਖਤਮ ਆ। ਇੱਕੋ ਹੀ ਆ ਬਸ। ਕੌਣ? ਕੇਵਲ ਭਾਈ ਗੁਰਦਾਸ ਜੀ ਦੱਸਦੇ ਨੇ, ਪਤਾ ਮੈਨੂੰ ਵੀ ਨਹੀਂ, ਮਾਫ ਕਰਨਾ, ਮੈਂ ਵੀ ਤੁਹਾਡੇ ਵਰਗਾ ਅਣਜਾਣ ਆ, ਮੂਰਖਾਂ, ਔਗਣ ਆ ਰਹੀ ਆ। ਜਦੋਂ ਭਾਈ ਗੁਰਦਾਸ ਨੂੰ ਪੜ੍ਹਦੇ ਨਾ ਉਹ ਦੱਸ ਦਿੰਦਾ ਹੈਗਾ, ਇੱਕ ਬਾਬਾ ਅਕਾਲ ਮੂਰਤ, ਦੂਜਾ ਰਬਾਬੀ ਮਰਦਾਨਾ। ਬਸ ਦੂਜਾ ਤੀਜੇ ਦੀ ਤਾਂ ਗੱਲ ਹੀ ਨਹੀਂ ਹੈ। ਹਾਂ, ਤੀਜੇ ਦੀ ਫੋਟੋ ਜ਼ਰੂਰ ਬਣਾਤੀ ਵੀ ਐ ਚੌਰ ਜਿਹਾ ਹਲਾਈ ਜਾਂਦਾ, ਬਸ ਐਂ ਹਿਲਾਈ ਜਾਂਦਾ। ਫੋਟੋ ਨੂੰ ਅਸੀਂ ਮੰਨਦੇ ਕੋਈ ਨਹੀਂ, ਮੈਨੂੰ ਪੱਕਾ ਪਤਾ, ਨਾ ਹੀ ਤੁਸੀਂ ਫੋਟੋ ਨੂੰ ਮੰਨਦੇ ਹੋ, ਨਾ ਹੀ ਮੈਂ ਮੰਨਦਾ। ਆਪਾਂ ਮੰਨਣਾ ਹੀ ਨਹੀਂਗਾ। ਸਾਡੀ ਫੋਟੋ ਤਾਂ ਜਿਹੜੀ ਗੁਰੂ ਦੀ ਸ਼ਬਦ ਦੀ ਮੂਰਤ ਆ, ਬਸ ਆਹੀ ਸਾਡੇ ਲਈ ਫੋਟੋ ਆ। ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰੂ ਦੀ ਮੂਰਤ, ਧਿਆਨ ਗੁਰੂ ਨਾਲ ਜੋੜਨਾ ਹੀ ਸਭ ਤੋਂ ਵੱਡੀ ਮੂਰਤ ਆ। ਚਲੋ ਕਹਿਣ ਤੋਂ ਭਾਵ ਕੀ ਪਤਾ ਲੱਗ ਗਿਆ? ਬਾਬੇ ਨਾਨਕ ਨਾਲ ਵਿਅਕਤੀ
ਭਾਈ ਮਰਦਾਨਾ ਜੀ ਹੈਗੇ ਨੇ, ਪਰ ਉਹ ਕੰਮ ਕੀ ਕਰਦੇ ਨੇ? ਉਹ ਬਾਬੇ ਦਾ ਚੋਲਾ ਨਹੀਂ ਠੀਕ ਕਰਦੇ ਗੇ। ਇੱਕ ਵੀ ਵਾਰੀ ਆਪਾਂ ਨੂੰ ਇਤਿਹਾਸ ਵਿੱਚ ਇਦਾਂ ਨਹੀਂ ਮਿਲਿਆ ਕਿਤੇ ਪ੍ਰੈਕਟੀਕਲ ਕਰਨ ਦੇ ਲਈ ਗੁਰੂ ਨਾਨਕ ਸਾਹਿਬ ਨੇ ਮਰਦਾਨੇ ਨੂੰ ਭਾਵੇਂ ਕਹਿਤਾ ਵੀ ਮਰਦਾਨਾ ਐ ਕਰ ਭੱਜ ਕੇ ਵੀ ਆਹ ਕੰਮ ਕਰ, ਉਹ ਤਾਂ ਅਲੱਗ ਚੀਜ਼ ਆ। ਵੀ ਆਪਾਂ ਭੈਣ ਭਰਾ ਤੌਰ ਤੇ ਕਹਿੰਦੇ ਨਹੀਂ ਵੀਰ ਬਣ ਕੇ ਕੰਮ ਕਰੀ ਮੇਰਾ, ਉਹ ਅਲੱਗ ਚੀਜ਼ ਆ। ਪਰ ਸਪੈਸ਼ਲ ਨਹੀਂ ਬਾਬੇ ਨੇ ਕਹਿਣਾ ਲੈ ਮਰਦਾਨੇ ਭੱਜ ਕੇ ਨਾ ਵੀ ਆ ਮੇਰੇ ਯਾਰ ਕੱਪੜੇ ਧੋ ਲਿਆ, ਮੇਰਾ ਤੌਲਗਾ ਧੋ ਲਿਆ, ਮੇਰੇ ਦਿਨ ਇੱਕ ਕੰਮ ਕਰਮ ਕਰ ਆਹ ਨਾ। ਇਕੱਠੀ ਧੋਵਾਂਗੇ ਆਪਾਂ, ਇਕੱਠੀ ਖਾਵਾਂ ਪੀਵਾਂ, ਇਕੱਠੀ ਭਾਂਡੇ ਮਾਂਜਾਂਗੇ, ਸਾਰਾ ਕੰਮ ਇਕੱਠੀ ਕਰਦੇ ਰਹੇ ਨੇ। ਪਰ ਉੱਥੇ ਮਤਭੇਦ ਨਹੀਂ ਕੋਈ ਹੈ, ਸਪੈਸ਼ਲ ਨਹੀਂ ਕੋਈ ਗੱਲਬਾਤ ਹੈ। ਪਰ ਸਪੈਸ਼ਲ ਕੰਮ ਕੀ ਆ? ਰਬਾਬ ਵਜਾਉਣੀ। ਭਲਾ ਰਬਾਬ ਵਜਾਏਂਦਾ, ਫਿਰ ਵੀ ਭਾਈ ਗੁਰਦਾਸ ਸਿੰਘ ਲਿਖਿਆ ਵੀ ਉਹ ਤਾਂ ਭਾਈ ਰਬਾਬ ਵਜਾਉਂਦਾ ਹੈਗਾ। ਚਲੋ ਆਪਾਂ ਗਿਆਨੀ ਬ੍ਰਹਮ ਗਿਆਨੀ ਵੱਲ ਪਹੁੰਚ ਗਏ ਵੀ ਉਹ ਕੌਣ ਆ। ਫਿਰ ਗੁਰੂ ਸਾਹਿਬ ਨੇ ਸੁਖਮਨੀ ਸਾਹਿਬ ਦੇ ਵਿੱਚ ਦੱਸ ਦਿੱਤਾ। ਪਾਤਸ਼ਾਹ ਜੀ ਕਹਿੰਦੇ ਬ੍ਰਹਮ ਗਿਆਨੀ ਆ ਹੁੰਦਾ ਭਾਈ, ਮਨ ਸਾਚਾ, ਮੁਖ ਸਾਚਾ ਸੋਏ। ਪਹਿਲੀ ਕੰਡੀਸ਼ਨ ਤਾਂ ਮਨ ਸੱਚੇ ਦੀ ਕੀਤੀ ਆ, ਮਨ ਸਾਚਾ। ਫਿਰ ਜਿਨ੍ਹਾਂ ਦਾ ਮਨ ਸੱਚਾ ਨਾ ਉਹਨਾਂ ਦਾ ਮੁਖ ਵੀ ਸੱਚਾ ਹੋਊ, ਜੀਭ ਵੀ ਸੱਚੀ ਹੋਊਗੀ। ਵੈਸੇ ਗੁਰਬਾਣੀ 'ਚ ਲਿਖਿਆ ਜ਼ੁਬਾਨ ਸਾਡੀ ਕਿਸੇ ਵੀ ਕੈਮੀਕਲ ਪਦਾਰਥ ਦੇ ਨਾਲ, ਕਿਸੇ ਵੀ ਤਰੀਕੇ ਦੇ ਨਾਲ ਸੁੱਚੀ ਨਹੀਂ ਹੋ ਸਕਦੀ ਗੀ, ਸ਼ੁੱਧ ਨਹੀਂ ਹੋ ਸਕਦੀ ਗੀ। ਇਹ ਝੂਠੀ ਦੀ ਝੂਠੀ ਹੀ ਰਹੂਗੀ, ਜਿੰਨਾ ਮਰਜ਼ੀ ਆਪਾਂ ਇਹਨੂੰ ਸਾਫ਼ ਕਰ ਲਓ। ਪਰ ਕਿਤੇ ਨਾ ਕਿਤੇ ਜਾ ਕੇ ਬਾਣੀ 'ਚ ਇਹ ਲਿਖਿਆ ਹੈਗਾ, ਕੀ ਲਿਖਿਆ ਹੈਗਾ ਵੀ ਜਿਹੜੀ ਜ਼ੁਬਾਨ ਆ ਨਾ ਇਹ ਪਰਮਾਤਮਾ ਦੇ ਨਾਮ ਨਾਲ, ਰੱਬ ਦੀ ਬੰਦਗੀ ਨਾਲ, ਸਿਮਰਨ ਦੇ ਨਾਲ ਸੂਚੀ ਹੋ ਜਾਂਦੀ ਆ। ਸੂਚੀ ਭਈ ਰਸਨਾ ਨਾਮ ਕਹਿਤ ਗੋਬਿੰਦ ਕਾ। ਇਹ ਗੋਬਿੰਦ ਦੇ ਗੁਣ ਗਾਉਣ ਲੱਗ ਜੇ ਨਾ ਫਿਰ ਇਹ ਜ਼ੁਬਾਨ ਪਵਿੱਤਰ ਹੋ ਜਾਂਦੀ ਆ, ਸਾਫ਼ ਹੋ ਜਾਂਦੀ ਆ, ਬਿਲਕੁਲ 101% ਸੁੱਚੀ ਹੋ ਜਾਂਦੀ ਆ। ਤੇ ਉਹ ਜਿੰਨਾ ਮਰਜ਼ੀ ਆਪਾਂ ਸਾਫ਼ ਕਰੀ ਚਲੋ ਹੁੰਦੀ ਨਹੀਂ ਸੁੱਚੀ। ਤੇ ਵਾਰੀ ਤੌਰ ਤੇ ਸੁੱਚਮ ਨੂੰ ਗੁਰੂ ਨਾਨਕ ਸਾਹਿਬ ਨੇ ਮੰਨਿਆ ਵੀ ਨਹੀਂ ਹੈ ਵੀ ਹੱਥ ਲੱਗ ਗਿਆ, ਐਂ ਹੋ ਗਿਆ, ਵਾਹ ਹੋ ਗਿਆ। ਇਸ ਚੀਜ਼ ਤੇ ਮਤਭੇਦ ਵਿੱਚ ਗੁਰੂ ਨਾਨਕ ਸਾਹਿਬ ਨਹੀਂ ਪਏ, ਅਸੀਂ ਪੈ ਗਏ। ਪਰ ਗੁਰੂ ਨਾਨਕ ਸਾਹਿਬ ਨੇ ਕੀ ਕਿਹਾ? ਜੇ ਤਾਂ ਜੀਵ ਝੂਠ ਬੋਲਦੀ ਹੈ ਤਾਂ ਝੂਠੀ ਆ, ਜੇ ਜੀਵ ਦੇ ਵਿੱਚ ਕੋਈ ਗਲਤ ਖਿਆਲ ਚੱਲਦੇ ਆ ਤਾਂ ਵੀ ਇਹ ਝੂਠੀ ਆ। ਜਾਣੀ ਕਿ ਵਾਰੀ ਤੌਰ ਤੇ ਸੁੱਚਮਤਾ ਨੂੰ ਪਾਸੇ ਕਰਕੇ ਜੇ ਇਹਦੇ 'ਚ ਔਗਣ ਨੇ, ਔਗਣਾ ਵਾਲੀ ਜੀਭ ਝੂਠੀ ਆ ਭਾਈ, ਔਗਣਾ ਵਾਲੀ ਜੀਭ ਉਹ ਝੂਠੀ ਹੈ ਬਸ। ਫਿਰ ਸੁੱਚੀ ਕਿਵੇਂ ਹੋਊਗੀ? ਸੂਚੀ ਭਈ ਰਸਨਾ ਨਾਮ ਕਹਿਤ ਗੋਬਿੰਦ ਕਾ। ਚਲੋ ਹੁਣ ਗੱਲ ਇੱਥੇ ਪੰਜਵੇਂ ਪਾਤਸ਼ਾਹ ਨੇ ਸਭ ਤੋਂ ਪਹਿਲਾਂ ਕੀਤੀ ਆ ਮਨ ਸੱਚੇ ਦੀ। ਮਨ ਸਾਚਾ, ਮੁਖ ਸਾਚਾ ਸੋਏ। ਹੁਣ ਪਾਤਸ਼ਾਹ ਜੀ ਕਹਿੰਦੇ ਜੀਭ ਤਾਂ ਸੱਚੀ ਹੋਊ ਜੇ ਮਨ ਸੱਚਾ, ਕਿਉਂਕਿ ਜੇ ਮਨ 'ਚ ਹੀ ਗੰਦਾ ਪਾਣੀ ਆ ਤੇ ਆਊਗਾ ਤਾਂ ਉਹ ਜੀਭ ਰਾਹੀਂ। ਜੀਭ ਗਲਾ ਪੈਪ ਆ ਨਾ ਇੱਕ, ਇਹ ਪੈਪ ਦੇ ਰਾਹੀਂ ਟੱਚੋ ਕੀ ਆਉਣਾ। ਚਾਹੇ ਤਾਂ ਮਨ 'ਚ ਝੂਠ ਹੋਵੇ, ਬੇਈਮਾਨੀ ਹੋਵੇ, ਰਿਸ਼ਵਤ ਦੇਣ ਲੈਣ ਦੀ ਭਾਵਨਾ, ਜਿਹੜਾ ਕੁਛ ਹੈਗਾ ਮਨ ਦੇ ਵਿੱਚੋਂ ਆਉਣਾ ਤਾਂ ਜ਼ੁਬਾਨ ਰਾਹੀਂ ਆ ਭਾਈ, ਆਉਣਾ ਤਾਂ ਅੱਖਾਂ ਰਾਹੀਂ ਆ। ਮਨ ਦੇ ਵਿੱਚ ਜੋ ਵੀ ਗੰਦੇ ਖਿਆਲ ਆ ਨਾ ਪ੍ਰਗਟ ਤਾਂ ਅੱਖਾਂ ਰਾਹੀਂ ਹੋਣੇ ਨੇ, ਪ੍ਰਗਟ ਤਾਂ ਕੰਨਾਂ ਰਾਹੀਂ ਹੋਣੇ ਨੇਗੇ। ਪਰ ਮਹਿੰਗੇ ਇੱਕ ਗੱਲ ਮੈਂ ਹੋਰ ਦਿੱਤੀ ਥੋੜ੍ਹੀ ਜਿਹੀ ਆਪਾਂ ਵਿਚਾਰ ਗਏ ਵੀ ਨਾ ਪਰਮਾਤਮਾ ਨੇ ਸਾਡੇ ਸਾਧਨ ਬਾਹਲੇ ਮਹਿੰਗੇ ਲਾਏ ਨੇ। ਇੱਕ ਨਾ ਮੰਨ ਲਓ ਵੀ ਜਿਹੜੀ ਆਪਣੀ ਪੂਰੀ ਬੋਡੀ ਦੀ ਸਕੈਨ ਕਰਨ ਵਾਲੀ ਮਸ਼ੀਨ ਆ ਨਾ, ਸਿਟੀ ਸਕੈਨ ਕਹਿ ਦਿੰਦੇ ਆਪਾਂ, ਉਹ ਕਰੋੜਾਂ ਦੀ ਮਤਲਬ ਕਿ ਗਿਣਤੀ 'ਚ ਪੈਸਿਆਂ ਦੀ ਆਉਂਦੀ ਆ, ਵੀ ਕਰੋੜਾਂ ਰੁਪਈਆਂ ਦੀ ਆਉਂਦੀ ਆ। ਉਹਦਾ ਮੁੱਲ ਕੋਈ ਨਹੀਂ, ਬਹੁਤ ਜ਼ਿਆਦਾ ਮਹਿੰਗੀ ਆ। ਪਰ ਉਹਦੀ ਸਕੈਨ ਕੀਤੀ ਹੋਈ ਵੀ ਕਦੇ ਕਦੇ ਗਲਤ ਹੋ ਜਾਂਦੀ, ਕਦੇ ਕਦੇ ਬਹੁਤ 100 ਮਗਰ 5-7 ਰਿਪੋਰਟਾਂ ਇਹੋ ਜਿਹੀਆਂ ਆ ਜਾਂਦੀਆਂ ਵੀ ਜਿਹੜੀ ਗਲਤ ਰਿਪੋਰਟ ਮਿਲ ਜਾਂਦੀ ਆ। ਪਰ ਸਾਡੇ ਨਾ ਰੱਬ ਨੇ ਇੱਕ ਸਕੈਨ ਕਰਨ ਵਾਲੀ ਮਸ਼ੀਨ ਲਾਈ ਵੀ ਆ। ਰੱਬ ਨੇ ਸਾਡੇ ਸਾਰਿਆਂ, ਤੁਹਾਨੂੰ ਵੀ ਦਿੱਤੀ ਹੈ, ਮੈਨੂੰ ਵੀ ਦਿੱਤੀ ਹੈ, ਸਾਰਿਆਂ ਨੂੰ, ਸਾਡੇ ਤਨ ਨੂੰ, ਬੋਡੀ ਨੂੰ ਸਕੈਨ ਕਰਨ ਵਾਸਤੇ ਨਾ ਮਸ਼ੀਨ ਲਾਈ ਆ। ਉਹ ਮਸ਼ੀਨ ਆ ਅੱਖਾਂ। ਤੇ ਸੱਚ ਜਾਣੋ ਪੈਰ ਦੇ ਅੰਗੂਠੇ ਤੋਂ ਨਾ ਸਿਰ ਦੇ ਵਾਲ ਤੱਕ ਸਿਰਫ ਤੇ ਸਿਰਫ 1 ਮਿੰਟ ਤਾਂ ਬਹੁਤ ਜ਼ਿਆਦਾ, 1 ਮਿੰਟ ਤਾਂ ਬਹੁਤ ਜ਼ਿਆਦਾ, 30 ਸਕਿੰਟਾਂ 'ਚ ਪੂਰੇ ਬੰਦੇ ਦੀ ਬੋਡੀ ਨੂੰ ਸਕੈਨ ਕਰ ਦਿੰਦੀ ਆ। ਕਿੱਥੇ ਕੀ ਹੈ, ਕਿੱਥੇ ਨਹੀਂ ਕੀ ਹੈ। ਸੋਚ ਕੇ ਦੇਖੋ ਕਿੰਨੇ ਮਹਿੰਗੇ ਮਹਿੰਗੇ ਪ੍ਰਮਾਤਮਾ ਨੇ ਸਾਡੇ ਸਰੀਰ ਦੇ ਨਾਲ ਅੰਗ ਮੇਲ ਕੇ ਲਾਏ ਹੋਏ ਨੇ, ਹੈ ਨਾ। ਤੇ ਹੁਣ ਪਾਤਸ਼ਾਹ ਜੀ ਕਹਿੰਦੇ ਅੱਖਾਂ, ਇਹ ਕੰਨ, ਇਹ ਜੀਭ, ਗਲਾ, ਇਹ ਸਾਰੇ ਨਾ ਮੋਰੀਆਂ ਲਾਈਆਂ ਹੋਈਆਂ ਪਰਮਾਤਮਾ ਨੇ। ਇਹ ਮਨ ਦੇ ਵਿੱਚੋਂ ਜਿਹੜੇ
ਖਿਆਲ ਨੇ, ਚਾਹੇ ਉਹ ਚੰਗੇ ਨੇ ਤੇ ਚਾਹੇ ਉਹ ਮੰਦੇ ਨੇ, ਉਹ ਇਹਨਾਂ ਰਾਹੀਂ ਬਾਹਰ ਪ੍ਰਗਟ ਹੋਣੇ ਨੇ, ਇਹਨਾਂ ਰਾਹੀਂ ਬਾਹਰ ਪ੍ਰਗਟ ਹੋਣੇ ਨੇ। ਲਿਖਿਆ ਕਿੱਥੇ ਆ? ਸੁਖਮਨੀ ਸਾਹਿਬ ਦੇ ਵਿੱਚ। ਮਨ ਸਾਚਾ, ਫਿਰ ਕੀ ਕਿਹਾ ਗਾ? ਮੁਖ ਸਾਚਾ ਸੋਏ। ਤੇ ਅਗਲੀ ਕੰਡੀਸ਼ਨ ਕੀ ਆ? ਬ੍ਰਹਮ ਗਿਆਨੀ ਦੇ ਲੱਛਣ ਦੱਸਦੇ ਪਾਤਸ਼ਾਹ ਨੇ। ਦੇਖੋ, ਨਾ ਤਾਂ ਤੁਸੀਂ ਦੱਸੇ ਆ, ਨਾ ਹੀ ਮੈਂ ਦੱਸੇ ਨੇ। ਹੁਣ ਮੈਂ ਤਾਂ ਗੁਰੂ ਨਾਨਕ ਸਾਹਿਬ ਦੀ ਬਾਣੀ ਨੂੰ ਪੜ੍ਹ ਕੇ ਤੁਹਾਨੂੰ ਸੁਣਾਤਾ, ਇੰਨਾ ਕੰਮ ਕਰਤਾ। ਇਹ ਡਿਊਟੀ ਤੁਸੀਂ ਮੇਰੀ ਲਾਈ ਸੀ ਵੀ ਇੰਨਾ ਕੰਮ ਤੈਂ ਕਰਨਾ, ਹੋਰ ਤਾਂ ਇੱਥੋਂ ਅਸੀਂ ਕੁਛ ਨਹੀਂ ਕਰਾਉਣਾ, ਆਹ ਕੰਮ ਤੈਂ ਕਰਨਾ, ਹੋਰ ਨਹੀਂ ਤਾਂ ਇੱਥੋਂ ਕੁਛ ਕਰਾਉਣਾਗਾ। ਤੇ ਮੇਰਾ ਹੱਕ ਵੀ ਆ, ਹੱਕ ਵੀ ਹੈ ਨਾ, ਹੱਕ ਨੂੰ ਹੱਕ ਸਮਝ ਗਏ ਆਪਾਂ ਸਾਰੀ। ਅੱਛਾ, ਉਹ ਗੱਲ ਹੁਣ ਜੋ ਸੀ ਮੈਂ ਰਿਪੀਟ ਕਰਤੀ ਵੀ ਭਾਈ ਬ੍ਰਹਮ ਗਿਆਨੀ ਦੇ ਲੱਛਣ ਬਾਬੇ ਨਾਨਕ ਨੇ ਆਹ ਲਿਖਤੇ। ਅੱਗੇ ਕੀ ਲਿਖਿਆ ਗਾ? ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਗੁਰੂ ਸਾਹਿਬ ਕਹਿੰਦਾ ਆਹ ਲੱਛਣ ਨੇ ਭਾਈ ਬ੍ਰਹਮ ਗਿਆਨੀ ਦੇ, ਜਿਨ੍ਹਾਂ ਦਾ ਮਨ ਸੱਚਾ ਤੇ ਮੁਖ ਸਾਚਾ ਸੋਏ। ਹੁਣ ਅੱਜ ਬ੍ਰਹਮ ਗਿਆਨੀ ਕੌਣ ਆ ਪਿੱਛੇ ਹੀ ਤੁਸੀਂ ਸੁਣਿਆ, ਮੈਂ ਦੁਬਾਰਾ ਰਿਪੀਟ ਕਰਨ ਲੱਗਾ ਗੱਲ ਨੂੰ। ਵੈਸੇ ਤੁਹਾਨੂੰ ਸਾਰਿਆਂ ਨੂੰ ਜੱਜਮੈਂਟ ਆ। ਅੱਜ ਬ੍ਰਹਮ ਗਿਆਨੀ ਉਹ ਆ ਜਿਹਨੂੰ ਭਾਵ ਬਜ਼ੁਰਗੀ ਦੇ ਵਿੱਚ ਗੰਦੇ ਸੁਪਨੇ ਆਉਂਦੇ ਆ। ਅੱਜ ਬ੍ਰਹਮ ਗਿਆਨੀ, ਸਾਡਾ ਬ੍ਰਹਮ ਗਿਆਨੀ ਉਹ ਆ। ਸੋਚ ਕੇ ਦੇਖੋ ਸਾਡਾ ਜੀਵਨ ਕਿੱਥੇ ਖੜਾ ਗਾ। ਬਾਬਾ ਨਾਨਕ ਕਹਿੰਦਾ ਜਿਹਦਾ ਮਨ ਸੱਚਾ ਨਾ, ਉਹਦਾ ਮੁਖ ਵੀ ਸੱਚਾ, ਉਹਦੀਆਂ ਅੱਖਾਂ ਵੀ ਸੱਚੀਆਂ, ਉਹਦੇ ਕੰਨ ਵੀ ਸੱਚੇ, ਉਹਦੇ ਕੱਲੇ ਕੱਲੇ ਜ਼ਿੰਦਗੀ ਦੇ ਕਰਮ ਵੀ ਸੱਚੇ। ਜਿਹਦਾ ਮਨ ਸੱਚਾ, ਮਤਲਬ ਮਨ ਇੱਕ ਖੂਹ ਆ, ਜਿਹੋ ਜਿਹੇ ਖੂਹ ਵਿੱਚ ਪਾਣੀ ਹੋਊਗਾ ਤੇ ਟਿੰਡਾਂ ਰਾਹੀਂ ਪਾਣੀ ਉਹੋ ਜਿਹੀ ਆਉਣਾ ਗਾ। ਤੇ ਜੇ ਮਨ ਰੂਪੀ ਖੂਹ 'ਚ ਪਾਣੀ ਗੰਦਾ ਪਾਈ ਫਿਰਦੇ ਹਨਾ, ਸੋਚ ਕੇ ਦੇਖੋ। ਦੇਖੋ ਗੁਰਬਾਣੀ ਤੇ ਆਉਂ ਭਾਈ ਸਾਡੇ ਨਾਲ ਕਵਾੜ ਖੋਲ ਦਿੰਦੀ ਆ ਜੇ ਆਪਾਂ ਗੁਰਬਾਣੀ ਨੂੰ ਪੜ੍ਹੀਏ, ਜੇ ਆਪਾਂ ਦੋ ਪੰਕਤੀਆਂ ਪੜ੍ਹੀਆਂ ਨੇ। ਪਹਿਲੀ ਕੰਡੀਸ਼ਨ ਸੀ ਗਿਆਨੀ ਕੌਣ ਆ? ਉਹ ਪਾਤਸ਼ਾਹ ਨੇ ਦੱਸਤਾ, ਜਿਹਦਾ ਵਿਵਹਾਰ, ਗੁਫਤਾਰ, ਰਫਤਾਰ, ਆਚਾਰ ਸੁਚੱਜਾ ਹੈ, ਉਹ ਗਿਆਨੀ ਹੈ। ਸੋ ਗਿਆਨੀ ਜੋ ਸ਼ਬਦ ਲਿਵ ਲਾਏ, ਜਿਹਨੇ ਆਪਣੀ ਧਿਆਨ ਆ, ਸੁਰਤੀ ਆ ਸ਼ਬਦ ਨਾਲ ਜੋੜ ਲਈ, ਉਹ ਗਿਆਨੀ ਆ ਭਾਈ। ਫਿਰ ਅੱਗੇ ਪਾਤਸ਼ਾਹ ਨੇ ਲਿਖਿਆ, ਮਨਮੁਖ ਹਉਮੈ ਪੱਤ ਗਵਾਈ। ਮਨਮੁਖ ਭਾਈ ਆਪਣੀ ਪੱਤ, ਇੱਜ਼ਤ ਦੁਨੀਆ ਵਿੱਚ ਗਵਾ ਲੈਂਦਾ। ਠੀਕ ਹੈ ਵੀ ਅੱਜ ਲੋਕਾਂ ਨੇ ਇੱਜ਼ਤ ਆ ਜਿਹੜੀ ਉਹ ਨਿਲਾਮ ਕਰਤੀ, ਦਾਅ ਤੇ ਲਾਤੀ, ਤੇ ਇੱਜ਼ਤ ਦੀ ਗੱਲ ਨੂੰ, ਪਰਿਭਾਸ਼ਾ ਨੂੰ ਸਮਝਿਆ ਨਹੀਂ ਹੈ। ਪਰ ਇੱਜ਼ਤ ਦੀ ਜਿਹੜੀ ਪਰਿਭਾਸ਼ਾ ਬਹੁਤ ਜ਼ਿਆਦਾ ਵੱਡੀ ਆ। ਅੱਜ ਲੋੜ ਆ ਸਾਨੂੰ ਨੌਜਵਾਨ ਬੱਚਿਆਂ ਨੂੰ ਤੇ ਨੌਜਵਾਨ ਸਾਡੀਆਂ ਧੀਆਂ ਨੂੰ ਸਮਝਾਉਣ ਦੀ ਵੀ ਪੁੱਤ ਜਿਹੜਾ ਮੁੱਲ ਆ ਨਾ, ਇਦੋਂ ਪਹਿਲਾਂ ਤਾਂ ਆਪਣੇ ਘਰਾਂ 'ਚ ਕਹਾਵਤਾਂ ਸਾਡੇ ਬਜ਼ੁਰਗ ਬੋਲਦੇ ਹੁੰਦੇ ਸੀ ਵੀ ਇੱਜ਼ਤ ਦੇ ਮੁੱਲ ਆ, ਭਾਵੇਂ ਘਰੇ ਕੱਖ ਨਾ ਹੋਵੇ। ਤੇ ਪਰ ਅੱਜ ਦਾ ਜਿਹੜਾ ਸਿਸਟਮ ਆ ਉਹ ਭਾਈ ਬਦਲ ਚੁੱਕਿਆ। ਵਾਹਿਗੁਰੂ ਭਲਾ ਕਰੇ ਤੇ ਸਾਨੂੰ ਵਾਪਸ ਮੋੜੇ ਤੇ ਅਸੀਂ ਮੁੜ ਵੀ ਆਈਏ। ਸਤਿਗੁਰੂ ਪਾਤਸ਼ਾਹ ਜੀ ਫਿਰ ਅਗਲੇ ਸਤਰ ਦੇ ਵਿੱਚ ਕਹਿੰਦੇ ਨੇ, ਆਪੇ ਕਰਤਾ ਭਗਤ ਕਰਾਈ। ਕਹਿੰਦੇ ਫਿਰ ਵਾਹਿਗੁਰੂ ਨਾ ਆਪ ਹੀ ਬਖਸ਼ਿਸ਼ ਕਰਦਾ, ਕਿਰਪਾ ਕਰਦਾ। ਜਿਨ੍ਹਾਂ ਤੇ ਕਿਰਪਾ ਕਰਦਾ ਉਹਨਾਂ ਨੂੰ ਆਪਣੀ ਭਗਤੀ ਦੇ ਨਾਲ ਜੋੜ ਲੈਂਦਾ। ਅੱਛਾ, ਇੱਥੇ ਨਾ ਜਿਹੜੀ ਗੱਲ ਕਹੇ ਵੀ ਆਪ ਹੀ ਉਹ ਪਰਮਾਤਮਾ ਭਗਤੀ ਕਰਾਉਂਦਾ। ਫਿਰ ਦੇਖੋ ਆਪਾਂ ਆਪਣੇ ਦੀ ਉਧਾਰ ਲਾਓ, ਤਕਰੀਬਨ ਪਿੰਡ ਦੇ ਵਿੱਚ 3500 4000 ਵੋਟ ਆ, ਪਹੁੰਚਦੇ ਕਿੰਨੇ? 100 150 200 ਪਹੁੰਚਦੇ ਵੱਧ ਤੋਂ ਵੱਧ। ਤੇ ਬਾਕੀ ਉਹਨਾਂ ਨੂੰ ਆਪੇ ਕਿਉਂ ਨਹੀਂ ਖਿੱਚ ਕੇ ਲਿਆਉਂਦਾ? ਨਹੀਂ, ਗੁਰੂ ਪਾਤਸ਼ਾਹ ਜੀ ਕਹਿੰਦੇ ਨਾ, ਆਪਣੇ ਅੰਦਰ ਰੁਚੀ ਬਣਾਉਣੀ ਤੇਰੇ ਹੱਥ 'ਚ ਆ। ਤੇਰੇ ਹੱਥ 'ਚ ਆ ਨਾ। ਹੁਣ ਗੱਡੀ ਆਪਣੇ ਆਪ ਬਿਲਕੁਲ ਨਹੀਂ ਭੱਜਦੀ, ਰੁਚੀ ਹੈ ਨਾ ਵੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਜਾਣਾ, ਉਹਦੇ ਵਿੱਚ ਬੈਠਣਾ ਪਊ, ਸਟਾਰਟ ਕਰਨਾ ਪਊ, ਥੋੜ੍ਹੀ ਬਹੁਤੀ ਤੈਨੂੰ ਹਿੰਮਤ ਕਰਨੀ ਪੈਣੀ ਆ। ਇਵੇਂ ਜਿਵੇਂ ਗੁਰੂ ਪਾਤਸ਼ਾਹ ਜੀ ਕਹਿੰਦੇ ਨਾ, ਥੋੜ੍ਹੀ ਬਹੁਤੀ ਤੈਨੂੰ ਹਿੰਮਤ ਕਰਨੀ ਪੈਣੀ ਹੈ। ਚਰਨ ਸ਼ਰਨ ਗੁਰ ਏਕ ਪੈਂਡਾ, ਜਾਏ ਚੱਲ ਸਤਿਗੁਰ ਕੋਟ ਪੈਂਡਾ, ਆਗੇ ਹੋਏ ਲੇਤ ਹੈ। ਕਹਿੰਦੇ ਇੱਕ ਕਦਮ ਨਾ ਤੂੰ ਅੱਗੇ ਨੂੰ ਤੁਰ, ਇੱਕ ਕਦਮ ਤੇ ਗੁਰੂ ਸਾਹਿਬ ਤੈਨੂੰ ਕਰੋੜਾਂ ਕਦਮਾਂ ਲੈਣ ਦੇ ਲਈ ਆਉਣਗੇ। ਜਾਣੀ ਕਿਉਂ ਕਹਿ ਲੋ, ਗੁਰੂ ਤੈਨੂੰ ਉਡੀਕ ਰਿਹਾ, ਇੰਤਜ਼ਾਰ ਕਰ ਰਿਹਾ ਤੇਰਾ। ਹੁਣ ਇੱਥੇ ਇੱਕ ਵਿਅੰਗਮਈ ਸਵਾਲ ਖੜਾ ਹੋ ਜਾਂਦਾ ਵੀ ਜੇ ਕਰੋੜਾਂ ਕਦਮਾਂ ਗੁਰੂ ਲੈਣ ਦੇ ਲਈ ਆਉਂਦਾ ਤਾਂ ਇੱਕ ਕਦਮ ਉਹ ਹੋਰ ਪੁੱਟ ਲੇ ਤਾਂ ਮੈਨੂੰ ਇੱਕ ਵੀ ਨਾ ਪੁੱਟਣੀ ਪਵੇ। ਇੱਕ ਦੀ ਕੰਡੀਸ਼ਨ ਕਿਉਂ ਦਿੱਤੀ ਆ? ਸਵਾਲ ਆ ਗਾ। ਹੁਣ ਭਾਈ ਗੁਰਦਾਸ ਆ ਨਾ, ਉਹ ਆਮ ਬੰਦਾ ਥੋੜ੍ਹੀ ਆ। ਭਾਈ ਗੁਰਦਾਸ, ਭਾਈ ਗੁਰਦਾਸ ਜੀ ਵਿਦਵਾਨ ਨੇ, ਗਿਆਨੀ ਨੇ, ਬ੍ਰਹਮ ਗਿਆਨੀ ਨੇ।
ਵੈਸੇ ਹਨ ਬ੍ਰਹਮ ਗਿਆਨੀ ਮਹਾਂਪੁਰਖ ਨੇ, ਪਰ ਉਹਨਾਂ ਨੇ ਲਿਖਵਾਇਆ ਨਹੀਂ। ਹੁਣ ਭਾਈ ਗੁਰਦਾਸ ਨੂੰ ਬ੍ਰਹਮ ਗਿਆਨੀ ਵੱਡਾ ਕੌਣ ਹੋ ਸਕਦਾ? ਜਿਨ੍ਹਾਂ ਨੇ ਪੂਰੇ ਗੁਰੂ ਗ੍ਰੰਥ ਸਾਹਿਬ ਨੂੰ ਆਪਣੇ ਹੱਥਾਂ ਦੇ ਨਾਲ ਇੱਕ ਇੱਕ ਅੱਖਰ ਲਿਖਿਆ, ਸਿਹਾਰੀ ਬਿਹਾਰੀ ਔਂਕੜ ਦੁਲੈਂਕੜ ਸਭ ਕੁਝ ਪੂਰੇ ਧਿਆਨ ਦੇ ਨਾਲ ਲਿਖਿਆ। ਉਦੋਂ ਵੱਡਾ ਬ੍ਰਹਮ ਗਿਆਨੀ ਕੌਣ ਹੋ ਸਕਦਾ? ਪਰ ਭਾਈ ਗੁਰਦਾਸ ਨੇ ਭਾਈ ਉਹ ਹੀ ਲਿਖਾਇਆ, ਕਹਿੰਦਾ ਭਾਈ ਦਾ ਤੁਖਲਸੀ ਬਹੁਤ ਵੱਡਾ ਜ਼ਿਆਦੇ ਆ। ਭਾਈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨਾ ਗੁਰੂ ਨਾਨਕ ਦੇ ਘਰ ਦੀ ਮੱਤ ਦੇ ਅਨੁਸਾਰ ਭਾਈ ਮਨੀ ਸਿੰਘ ਜੀ ਨੂੰ ਗਿਆਨੀ ਦੀ ਪਦਵੀ ਦਿੱਤੀ ਸੀ, ਜਿਹਨੂੰ ਆਪਾਂ ਸ਼ਹੀਦ ਭਾਈ ਮਨੀ ਸਿੰਘ ਕਹਿੰਦੇ ਆ। ਗਿਆਨੀ ਦੀ ਪਦਵੀ ਨਾ ਗੁਰੂ ਗੋਬਿੰਦ ਸਿੰਘ ਨੇ ਬਖਸ਼ਿਸ਼ ਕੀਤੀ ਸੀ, ਚੇਤਾ ਰੱਖਿਓ। ਉਸ ਟਾਈਮ ਤੇ ਗਿਆਨੀ ਦੀ ਪਦਵੀ ਲੈਣ ਵੇਲੇ ਮਨੀ ਸਿੰਘ ਨੇ ਕਿਹਾ ਸੀ, ਕਹਿੰਦਾ ਮੈਨੂੰ ਭਾਈ ਦੀ ਦਾਤ ਜਿਹੜੀ ਤੁਸੀਂ ਦਿੱਤੀ ਆ ਨਾ, ਇਹੀ ਬਹੁਤ ਵੱਡੀ ਆ ਪਾਤਸ਼ਾਹ, ਮੈਨੂੰ ਗਿਆਨੀ ਦੀ ਪਦਵੀ ਨਾ ਦਿਓ। ਇੱਥੇ ਨਾ ਕਿਹਾ ਸੀ, ਨਾ ਰਹਿਣ ਦਿਓ, ਮੈਨੂੰ ਲੋੜ ਨਹੀਂ ਹੈ। ਮੈਨੂੰ ਤਾਂ ਤੁਸੀਂ ਜਦੋਂ ਭਾਈ ਕਹਿੰਦੇ ਹੋ ਨਾ, ਭਾਈ ਮਨੀ ਸਿੰਘ, ਮੇਰਾ ਤਾਂ ਕੱਲਾ ਕੱਲਾ ਰੋਮ ਖੜਾ ਹੋ ਜਾਂਦਾ ਹੈਗਾ, ਯਾਨੀ ਕਿ ਇੰਨਾ ਮੈਂ ਖੁਸ਼ ਹੁੰਦਾ ਜਦੋਂ ਮੈਨੂੰ ਭਾਈ ਕਹਿ ਕੇ ਬੁਲਾਉਣੇ ਹੋ। ਭਾਈ ਕਹਿ ਕੇ ਬੁਲਾਉਣੇ ਨਾ, ਮੇਰਾ ਰੋਮ ਕੱਲਾ ਕੱਲਾ ਖੁਸ਼ ਹੁੰਦਾ ਗਾ, ਐਡੀ ਮੇਰੇ ਤੇ ਬਖਸ਼ਿਸ਼ ਆ ਗਈ। ਚਲੋ ਉਹਨਾਂ ਦਾ ਕਿਰਦਾਰ ਵੇਖ ਕੇ, ਉਹਨਾਂ ਦਾ ਆਚਾਰ, ਉਹਨਾਂ ਦੀ ਜ਼ਿੰਦਗੀ ਦੀ ਭਾਵ ਗੁਣਾਂ ਦੀ ਤਜੌਰੀ ਵੇਖ ਕੇ ਗੁਰੂ ਗੋਬਿੰਦ ਸਿੰਘ ਨੇ ਗਿਆਨੀ ਦੀ ਪਦਵੀ ਦਿੱਤੀ ਹੈ। ਗਿਆਨੀ ਤੇ ਵਾਕਈ ਗਿਆਨੀ ਵੀ ਸੀਗੇ, ਕੋਈ ਸ਼ੱਕ ਨਹੀਂ ਇਹਦੇ 'ਚ। ਕਦੇ ਮਰਦਾਨਾ ਜੀ ਨਾਲ ਵੀ ਇਦਾਂ ਦੀਆਂ ਵਿਅੰਗਮਈਆਂ ਗੱਲਾਂ ਨਾ ਗੁਰੂ ਨਾਨਕ ਸਾਹਿਬ ਕਰ ਲੈਂਦੇ ਸੀ, ਵੀ ਤੈਨੂੰ ਸੰਤਾਂ ਦਾ ਰੁਤਬਾ ਦੇ ਦਿੰਦੇ ਆ, ਮਹਾਂਪੁਰਖਾਂ ਦੇ ਦਿੰਦੇ ਆ, ਯਾਨੀ ਕਿ ਸਾਨੂੰ ਸਮਝਾਉਣ ਦੇ ਲਈ। ਪਰ ਮਰਦਾਨਾ ਜੀ ਨੇ ਜਵਾਬ ਦਿੱਤਾ ਸਾਰੇ ਕਾਸੇ ਤੋਂ, ਕਹਿੰਦਾ ਮੈਨੂੰ ਭਾਈ ਕਿਹਾ ਕਰ। ਭਾਈ ਤੇ ਭਾਈ ਦੀ ਪਦਵੀ ਕਿੱਡੀ ਵੱਡੀ ਆ। ਸੱਚੇ ਪਾਤਸ਼ਾਹ ਜਦੋਂ ਮੈਨੂੰ ਭਾਈ ਕਹਿੰਦੇ ਨਾ, ਮੈਨੂੰ ਐ ਮਹਿਸੂਸ ਹੁੰਦਾ ਵੀ ਬਾਬਾ ਨਾਨਕ ਮੇਰਾ ਵੱਡਾ ਭਰਾ। ਭਾਵੇਂ ਤੁਸੀਂ ਉਮਰ 'ਚ ਮੇਥੋਂ ਛੋਟੇ ਹੋ, 12 ਸਾਲਾਂ ਦਾ ਫਰਕ ਆ, ਮਰਦਾਨਾ 10-12 ਸਾਲ ਵੱਡਾ ਤੇ ਗੁਰੂ ਨਾਨਕ ਸਾਹਿਬ 10-12 ਸਾਲ ਛੋਟੇ ਨੇ, ਪਰ ਮੈਨੂੰ ਨਾ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਜਦੋਂ ਭਾਈ ਕਹਿੰਦੇ। ਜਾਣੀ ਕਿ ਭਾਈ ਵਾਲੀ ਜਿਹੜੀ ਪਦਵੀ ਆ ਨਾ, ਬਹੁਤ ਵੱਡੀ ਆ, ਛੋਟੀ ਨਹੀਂ ਹੈ। ਵੈਸੇ ਤੁਸੀਂ ਸਾਰੇ ਸਮਝਦਾਰ ਹੋ, ਪਰ ਇੱਥੇ ਗੁਰੂ ਪਿਆਰਿਆਂ ਨੇ ਨਾ ਕਦੇ ਕਦੇ ਮਤਲਬ ਕਿ ਪਦਵੀਆਂ ਮੰਗ ਕੇ ਵੀ ਲੈਤੀਆਂ, ਸਾਨੂੰ ਇਹੀ ਰਹਿਣ ਦਿਓ। ਪਰ ਅੱਜ ਕੋਈ ਜਿਹੜਾ ਨਾ ਆਮ ਤੌਰ ਤੇ ਦੁਨੀਆ ਦੇ ਵਿੱਚ ਆਪਾਂ ਮਨਮੱਤੀ, ਪਖੰਡੀ, ਲੁਟੇਰਾ ਕੁਛ ਵੀ ਕਹਿ ਲਓ, ਉਹ ਇਹ ਪਦਵੀ ਲੈਣੀ ਨਹੀਂ ਚਾਹੁੰਦੇ। ਉਹ ਕਹਿੰਦੇ ਸਾਨੂੰ ਭਾਈ ਨਾ ਕਹੋ, ਸਾਨੂੰ ਤਾਂ ਸੰਤ ਕਹੋ, ਮਹਾਂਪੁਰਖ ਕਹੋ, ਜਾਂ ਕੋਈ ਹੋਰ ਲਫ਼ਜ਼ ਜੋੜੋ ਸਾਡੇ ਨਾਲ, ਸਾਨੂੰ ਭਾਈ ਵਾਲਾ ਤਾਂ ਚੰਗਾ ਹੀ ਨਹੀਂ ਲੱਗਦਾ ਉਹਦਾ। ਪਰ ਇੱਥੇ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀਆਂ ਨੇ। ਚਲੋ ਆਪਾਂ ਮੁੜ ਗਏ ਪਿੱਛੇ। ਪਾਤਸ਼ਾਹ ਜ਼ਿਕਰ ਕੀ ਕਰਦੇ ਸੀ ਵੀ ਆਪੇ ਭਗਤ ਆਪ ਕਰਾਈ, ਵੀ ਉਹ ਪ੍ਰਮਾਤਮਾ ਆਪਣੀ ਭਗਤੀ ਵਿੱਚ ਆਪ ਹੀ ਜੋੜ ਲੈਂਦਾ, ਉਹ ਆਪ ਹੀ ਸੱਦ ਲੈਂਦਾ ਕਹਿ ਲਓ। ਪਰ ਭਾਈ ਗੁਰਦਾਸ ਨੇ ਇੱਕ ਕੰਡੀਸ਼ਨ ਦੇ ਦਿੱਤੀ ਵੀ ਇੱਕ ਕਦਮ ਤਾਂ ਤੈਨੂੰ ਭਾਈ ਜਾਣਾ, ਉੱਠਣਾ ਤਾਂ ਪੈਣਾ ਹੀ ਆ ਤੈਨੂੰ, ਇੱਕ ਕਦਮ ਤਾਂ ਨਾ ਅੱਗੇ ਵਧਣਾ ਪੈਣਾ, ਇੰਨੀ ਕੁ ਤਾਂ ਤੈਨੂੰ ਸ਼ਰਤ ਅਪਣਾਉਣੀ ਪੈਣੀ ਹੈ। ਬਿਲਕੁਲ ਮੰਜੇ ਤੇ ਸਪਾਲ ਪਿਆ। ਆਪਾਂ ਨਕਸ਼ਾ ਨਾ ਆਪਣੀ ਸੁਰਤ 'ਚ ਬਣਾਓ, ਹੋ ਸਕਦਾ ਆਪਣਾ ਨਕਸ਼ਾ ਗਲਤ ਹੋਵੇ, ਪਰ ਗਲਤ ਨਹੀਂ ਹੋਣਾ ਗੁਰੂ ਦੀ ਮੱਤ ਮੁਤਾਬਕ। ਆਪਾਂ ਇਦਾਂ ਨਕਸ਼ਾ ਬਣਾਓ ਵੀ ਆਪਾਂ ਪਏ ਆ, ਪਿਆ ਨੂੰ ਕੁਛ ਨਹੀਂ ਮਿਲਣਾ, ਉੱਠਣਾ ਤਾਂ ਪੈਣਾ ਹੀ ਆ, ਅੱਗੇ ਬਖਸ਼ਿਸ਼ ਪਾਤਸ਼ਾਹ ਨੇ ਕਰਨੀ ਆ। ਹੁਣ ਭਾਈ ਗੁਰਦਾਸ ਨੇ ਜਿੱਥੇ ਲਿਖਿਆ ਨਾ, ਚਰਨ ਸ਼ਰਨ ਗੁਰ ਏਕ ਪੈਂਡਾ, ਇੱਕ ਨਾ ਦੋ ਦੀ ਗੱਲ ਆ, ਨਾ ਪੰਜ ਦੀ ਗੱਲ ਆ। ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ। ਕੋਟ ਮੀਨਜ਼ ਕਰੋੜ, ਕਰੋੜਾਂ ਕਦਮ ਤੈਨੂੰ ਗੁਰੂ ਲੈਣ ਆਊਗਾ। ਹੁਣ ਤੁਸੀਂ ਸੋਚ ਕੇ ਦੇਖੋ ਸਾਰੇ, ਵੀ ਆਪਾਂ ਨੂੰ ਕਦੇ ਗੁਰੂ ਕਰੋੜਾਂ ਕਦਮ ਲੈਣ ਆਇਆ? ਜੇ ਤਾਂ ਆਪਾਂ ਕਿਸੇ ਬਾਬੇ ਨੂੰ ਪੁੱਛ ਕੇ ਸੋਚਾਂਗੇ ਪਿਆਰਿਓ, ਦੇਖੋ ਆਪਣਾ ਕਿਸੇ ਨਾਲ ਵੈਰ ਵਿਰੋਧ ਨਹੀਂ ਹੈ, ਆਪਾਂ ਗੱਲਾਂ ਸਮਝਣ ਵਾਸਤੇ ਕਰਦੇ ਆ। ਉਹ ਤਾਂ ਕਹੂਗਾ ਆਊਗਾ ਲੈਣ, ਆਊਗਾ, ਉਹ ਇਹੀ ਗੱਲ ਕਹੂਗਾ, ਉਡੀਕ ਰੱਖ ਆਊਗਾ। ਤੇ ਜੇ ਆਪਾਂ ਗੁਰੂ ਤੋਂ ਪੁੱਛ ਕੇ ਨਾ ਆਪਸ ਵਿੱਚ ਗੱਲਾਂ ਕਰੀਏ, ਜਿੰਨੇ ਆਪਾਂ ਰੱਬ ਦੇ ਪਿਆਰੇ ਇੱਥੇ ਬੈਠੇ ਆ ਨਾ, ਆਪਸ ਵਿੱਚ ਆਪਾਂ ਡਿਸਕਸ ਕਰੀਏ, ਗੱਲਾਂ ਕਰੀਏ, ਤੇ ਆਪਣੇ ਵਿੱਚੋਂ ਹੀ ਕੋਈ ਸਾਨੂੰ ਸਮਝਾਉਣ ਵਾਲਾ ਦੱਸ ਦੇ, ਗੁਰੂ ਲੈਣ ਨਹੀਂ ਆਉਂਦਾ, ਗੁਰੂ ਤਾਂ ਰੋਜ਼ ਤੈਨੂੰ ਲੈ ਕੇ ਆਉਂਦਾ, ਲੈਣ ਆਉਂਦਾ ਨਹੀਂ। ਇਹ ਨਹੀਂ ਵੀ ਉਡੀਕ ਨਾ ਉਹਨੂੰ ਵੀ ਆਊਗਾ, ਉਹ ਤਾਂ ਤੈਨੂੰ ਲੈਣ ਆਉਂਦਾ, ਰੋਜ਼ ਤੈਨੂੰ ਲੈ ਕੇ ਆਉਂਦਾ ਖਿੱਚ ਕੇ। ਉਹ ਪਹਿਲਾ ਕਦਮ ਕੀ ਆ? ਹਿੰਮਤ ਮਾਰ ਕੇ ਮੰਜੇ ਤੋਂ ਸਿਰਫ ਉੱਠਣਾ, ਬਸ ਪਹਿਲਾ ਕਦਮ ਆਹੀ ਆ।
पहला कदम आही है ना, सिर्फ हिम्मत दिखाउणी। ते बहुते पहले कदम ते हार जाते हैं, की कहते हैं छड्ड खड़ अज तां नींदी जड़ी पई आ, अज नींद जड़ी पई ना। जेड़ा हिम्मत मार के उठ खड़िया ते वाहिगुरू अगे फिर इशनान करवाउण वेले भी उह तों रब दा नाम जपाउंदा, ऐटोमैटिक अपनी जुबान चों ये शब्द उचारे जाते हैं, वाहिगुरू सतनाम वाहिगुरू उचारण होंदे ने। जां कर इशनान सिमर प्रभ अपना मन तन भए अरोगा, अमृत वेला सच नौ आदत भी पाईए। रब दे प्यारां वालों ना जो साडी जिंदगी च निक्के निक्के काम आउण वालियां बुक्कां लिखियां जांदियां, उहदे च आदतां दे संबंधी काम करन दे संबंधी ना सानू पावन तुकां दित्तियां हुंदियां, पुੱਤ भी तू आ पढ़िया कर यार, थोड़ियां थोड़ियां, ठीक है ना। चलो इत्थे फिर अपनी जदों हिम्मत पहली आ, पहले आपां मंजे तो उठ खड़े, अगे सारी कार्रवाई तां गुरु नानक साहब ने करनी है, गुरु ने करनी है। फिर वो सानू इशनान भी करवा लैंदा, नितनेम भी करवा लैंदा, आउंदियां जांदियां असीं रब दे प्यारे नू मिलदे आं तां वाहिगुरू जी का खालसा वाहिगुरू जी की फतेह भी बुलाउने आ, फिर आपां गुरु दे नेड़े आके भी बैठ जाने आ। फिर सानू इत्थों दो तरह दा प्रशाद दे के तोरदा हो, एक तां गुर प्रशाद गुरु दी किरपा, किहड़ा गुरबाणी दा प्रशाद, एक कड़ाह प्रशाद, फिर दो तरह की बख्शिश करके तोरदा, ठीक है ना। ये मालक दी भाई गुरदास जी कहते किरपा, जे तुसीं उहनूं डीकी जाओगे ना आऊगा सुपने च आऊगा, ऐ आऊ जा आऊगा ना, ऐ नहीं आउंदा गा। वो तो रोज़ तुहानूं बांह फड़ के ठाउंदा भी आ, लेके भी आउंदा, पर उठना तेरा करम आ, उठना पहला कदम तेरा, उदू गां किरपा उहने करनी है। ते कदे ना बाबा बुढ़ा जी ने ये दात छेवें पातशाह तो मंगी सी। पहली गल तो यह देखो, बाबा बुढ़ा जी जिहड़े बहुत वड्डे ने, तुसीं सारे जानते हो, जिन्हां ने 7 गुरु साहिबानां दे दर्शन कीते ने, इक्को ही शरीर ने। बाबा बुढ़ा जी ने ना इक्को ही शरीर ने 7 गुरु साहिबानां दे दर्शन कीते ने, 6 नूं अपने हत्थीं गुरता गद्दी ते सुशोभित कीता अपने हत्थीं। ते हुण चेता रखियो, कदे 6वें पातशाह नूं गुरु बाबा जी दे चरनां विच बैठ के ना बाबा बुढ़ा जी ने मांकी मंगी सी, मेरा नाता तेरे नाल जुड़िया रवे। मैनू ना भाई गुरदास वाली पंगती वार वार चेते आउंदी है, पातशाह किहड़ी, चरण शरण गुर एक पैंडा जाए चल। जेड़ा वो एक कदम आ ना साडे सन च, तेरे ते मेरे सन विच, कदे वो कदम तो मैं टुट ना जावां, कदे उस कदम तो ना टुट जा। कहण तो भाव समझ गए सी ना भी शरीर हो गया बुढ़ा, किते मेरी हिम्मत ना हार जे। बुढ़ा शरीर तो बहुत बुढ़ा हो गया ना, हिम्मत ना कदे मेरी हार जे। पर चेता रखियो, बाबा बुढ़ा जी नूं गुरु हरगोबिंद साहिब महाराज ने की कहा सीगा, बाबा बुढ़ा जी तुहाडी हिम्मत बरकरार रहू, जानी कि इउं भी कह सकदे आपां तुहाडी हिम्मत जिंदाबाद है। क्यों जिंदाबाद आ? जिन्ना टाइम बाबा बुढ़ा जी तुरदे ने, उन्ना टाइम तां गुरु के चरनां विच आप पहुंचदे रहे ने, आप पहुंचते रहे ने। ते जदों शरीर खड़ गया सी ना, फिर 6वें पातशाह बीड़ बाबा बुढ़ा जी, गुरुद्वारा साहब बनया वा ना दरबार साहब के लागे, ते 6वें पातशाह रोजाना आप जाते सी। जानी कि वो कदम सन वाला कदम सी ना, वो टुटण नहीं दिता गा। आप गुरु साहब चल के जाते रहे ने, अपने गुर सिख की भावना नूं ठोकर नहीं मारी गी, प्यार दे नाल 6वें पातशाह ने अपने हिरदे च संभाल के रखिया गा। ते बाबे बुढ़े च भी हिम्मत बहुत ज़्यादा सी। पिछे आपां सुनिया बाबा बुढ़ा जी भाई गुरदास होर ना रिटायर हो चुके सन, ते जदों ग्वालियर दे किले दे विच गुरु हरगोबिंद साहिब जी बंद हो गए सन, उत्थों चौंकियां शुरू होईयां ने। शायद मैनूं नहीं पता भी मैं गल बोली है कि नहीं बोली गई पिछली विचार च, जिहड़ियां अज प्रभात फेरियां दा रूप धारण कर गईयां। प्रभात फेरियां तड़की क्यों कीतियां जांदियां? प्रश्न है एक, ये दिने क्यों नहीं कीतियां जांदियां? आथणे क्यों नहीं कीतियां जांदियां? ये तड़की क्यों कीतियां जांदियां ने 1 वजे तो बाद ते दिन चढ़न तो पहलां? जां तां जिहड़ा करदा उहनूं पुੱਛ लिओ, भाई दस दिओ, सियाणा होया दसूगा। अपना मतलब किसी नूं बेइज्जत करना नहीं, अपना मतलब यह पुछना भी इसे वेले क्यों कीतियां जांदियां, दसोगा भला। ये शुरुआत बाबा बुढ़ा जी ते भाई गुरदास ने की सी। उदों मना करता सी भी तुसीं सच दी गल कर नहीं सकोगे, अज वर्गा प्रबंध नहीं है।
ਉਸ ਟਾਈਮ ਤੇ ਅੱਜ ਵਰਗਾ ਪ੍ਰਬੰਧ ਨਹੀਂ ਹੈ ਵੀ ਕਿਸੇ ਨੂੰ ਟੈਲੀਫੋਨ ਆਦਿਕ ਰਾਹੀਂ ਸੁਨੇਹਾ ਦਿੱਤਾ ਜਾਵੇ। ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਨੂੰ ਜਦੋਂ ਪਤਾ ਲੱਗ ਗਿਆ ਨਾ ਵੀ 6ਵੇਂ ਪਾਤਸ਼ਾਹ ਗਵਾਲੀਅਰ ਕੈਦ ਵਿੱਚ ਬੰਦ ਹੋ ਗਏ, ਉਹਨਾਂ ਨੇ ਰਾਤ ਨੂੰ ਮਸਾਲਾਂ ਚੱਕੀਆਂ, ਇੱਕ ਪਿੰਡ ਚੋਂ 10-12 ਬੰਦੇ ਇਕੱਠੇ ਕੀਤੇ, ਚਲੋ ਉੱਠੋ ਯਾਰ ਆਪਾਂ ਸੁਨੇਹਾ ਲਾ ਕੇ ਉਹ ਅਗਲੇ ਪਿੰਡ, ਉਹਨਾਂ ਨੇ ਆਪਣੇ ਵੱਲੋਂ ਮਸਾਲਾਂ ਚੁੱਕ ਕੇ ਰਾਤ ਨੂੰ ਮਸਾਲਾਂ ਚੁੱਕ ਕੇ 10-12 ਜਣਿਆਂ ਦੀ ਟੋਲੀ ਬਣਾ ਕੇ ਚੌਂਕੀਆਂ ਸ਼ੁਰੂ ਕਰਤੀਆਂ। ਮਤਲਬ ਚੌਂਕੀ ਪਹਿਲਾ ਰਾਤ ਦਾ ਪਹਿਰ, ਦੂਜਾ ਰਾਤ ਦਾ ਪਹਿਰ, ਤੀਜਾ ਰਾਤ ਦਾ ਪਹਿਰ, ਇੱਦਾਂ ਚੌਂਕੀਆਂ ਸ਼ੁਰੂ ਕਰਤੀਆਂ। ਇੱਕ ਪਿੰਡ ਚੋਂ ਦੂਜੇ ਪਿੰਡ ਤੱਕ ਸੁਨੇਹਾ, ਦੂਜੇ ਪਿੰਡ ਤੋਂ ਤੀਜੇ ਪਿੰਡ ਤੱਕ ਸੁਨੇਹਾ। ਜਦੋਂ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਰਿਹਾਈ ਹੋਈ ਆ, ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਨੇ ਇੰਨੀ ਕੁ ਹਿੰਮਤ ਦਿਖਾਈ ਕਿ ਗਵਾਲੀਅਰ ਤੱਕ ਨਾ ਲੋਕਾਂ ਦੀਆਂ ਭੀੜਾਂ ਲੱਗ ਗਈਆਂ ਸੀਗੀਆਂ। ਤੇ ਉਹਨੂੰ ਪ੍ਰਭਾਤ ਫੇਰੀ ਦਾ ਰੂਪ ਬਾਅਦ ਚ ਦਿੱਤਾ ਗਿਆ ਹੈਗਾ। ਪ੍ਰਭਾਤ ਮੀਨਜ਼ ਅੰਮ੍ਰਿਤ, ਫੇਰੀ ਦਾ ਮਤਲਬ ਫੇਰੀ ਪਾਉਣੀ, ਉਹਨੂੰ ਬਾਅਦ ਚ ਰੂਪ ਹੀ ਦਿੱਤਾ ਗਿਆ ਹੈਗਾ। ਉਦੋਂ ਪਾਬੰਦੀ ਸੀ ਪਰ ਅੱਜ ਪਾਬੰਦੀ ਤਾਂ ਨਹੀਂ ਹੈ ਤਾਂ ਹੈਗੀ ਆ ਪਰ ਅੱਜ ਪਾਬੰਦੀ ਨਹੀਂ ਹੈ। ਉਹ 19 ਪਾਬੰਦੀ ਨਹੀਂ ਹੈ, ਉਦੋਂ ਸੀ। ਤਾਈਓ ਰਾਤ ਨੂੰ ਜਾਂਦੇ ਸੀ ਜਥੇ ਬਣਾ ਕੇ, ਠੀਕ ਹੈ ਨਾ। ਤੇ ਉਹ ਚੌਂਕੀਆਂ ਦੀ ਪਰੰਪਰਾ ਜਿਹੜੀ ਹੈ ਅੱਜ ਦਰਬਾਰ ਸਾਹਿਬ ਦੇ ਵਿੱਚ ਚੱਲਦੀ ਆ। ਸੋਦਰ ਦੀ ਚੌਂਕੀ, ਅੰਮ੍ਰਿਤ ਵੇਲੇ ਦੀ ਚੌਂਕੀ, ਆਸਾ ਕੀ ਵਾਰ ਦੀ ਚੌਂਕੀ, ਵਲਾਵਲ ਰਾਗ ਦੀ ਚੌਂਕੀ, ਅੱਜ ਦਰਬਾਰ ਸਾਹਿਬ ਚੌਂਕੀਆਂ ਦੇ ਰੂਪ ਵਿੱਚ ਕੀਰਤਨ ਕੀਤਾ ਜਾਂਦਾ। ਸੋ ਵਾਹਿਗੁਰੂ ਭਲਾ ਕਰੇ। ਇਹ ਹਿੰਮਤ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਨੇ ਦਿਖਾਈ ਸੀ। ਫਿਰ ਅੱਗੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਭਾਈ ਜਿਹੜੀ ਇੱਕ ਕਦਮ ਦੀ ਕਹਾਣੀ ਆ, ਤੂੰ ਆਪਣੇ ਜੀਵਨ 'ਚ ਹਿੰਮਤ ਪੈਦਾ ਕਰ, ਬਾਕੀ ਸਾਰੀ ਬਖਸ਼ਿਸ਼ ਗੁਰੂ ਨੇ ਕਰਨੀ ਆ। ਹਿੰਮਤ ਤੂੰ ਕਰ ਤੇ ਬਖਸ਼ਿਸ਼ ਗੁਰੂ ਦੀ ਹੋਵੇਗੀ। ਕਰੋੜਾਂ ਕਦਮ ਤੇਰੇ ਵੱਲੋਂ ਆਵੇਗਾ, ਉਡੀਕਣਾ ਨਹੀਂ, ਉਹ ਤੈਨੂੰ ਲੈਣ ਰੋਜ਼ ਆਉਂਦਾ। ਫਿਰ ਅੱਗੇ ਪਾਤਸ਼ਾਹ ਜੀ ਕਹਿੰਦੇ ਨੇ, ਨਾਮ ਬਿਨਾ ਝੂਠੇ ਕੁਚਲ ਕੁਸ਼ੋਤ। ਨਾਮ ਤੋਂ ਬਿਨਾ ਜਾਣੀ ਕਿ ਗਿਆਨ ਤੋਂ ਬਿਨਾ ਅਸੀਂ ਝੂਠੇ ਹਾਂ। ਕੁਚਲ ਤੋਂ ਭਾਵ ਹੁੰਦਾ ਗੰਦੇ, ਤੇ ਕੁਸ਼ੋਤ ਤੋਂ ਭਾਵ ਹੁੰਦਾ ਭੈੜੇ। ਅਸੀਂ ਭੈੜੇ ਵੀ ਹਾਂ ਤੇ ਅਸੀਂ ਗੰਦੇ ਵੀ ਹਾਂ ਨਾਮ ਤੋਂ ਬਿਨਾ। ਵੇਦ ਪੁਕਾਰੈ ਭਗਤ ਸਰੋਤ, ਸੁਣ ਸੁਣ ਮਾਨੈ ਵੇਖੈ ਜੋਤ। ਵੇਦ ਨੇ ਚਾਹੇ ਪੁਰਾਣ ਨੇ, ਚਾਹੇ ਕੋਈ ਵੀ ਧਰਮ ਗ੍ਰੰਥ ਨੇ, ਸਾਰਿਆਂ ਦੇ ਵਿੱਚੋਂ ਸਾਨੂੰ ਗਿਆਨ ਮਿਲਦਾ। ਪਾਤਸ਼ਾਹ ਜੀ ਕਹਿੰਦੇ ਇਹ ਗਿਆਨ ਲੈ ਕੇ ਨਾ ਆਪਾਂ ਆਪਣੀ ਜੋਤ ਪਰਮਾਤਮਾ ਨੇ ਜੋ ਅੰਦਰ ਟਿਕਾਈ ਆ ਉਹਦੇ ਤੱਕ ਭੇਜਣਾ, ਜਾਣੀ ਕਿ ਉਹਦੇ 'ਚ ਤੇਲ ਪਾਉਣਾਗਾ। ਲਾਸਟ ਵਿੱਚ ਗੁਰੂ ਸਾਹਿਬ ਕਹਿੰਦੇ ਨੇ, ਸ਼ਸਤਰ ਸਿਮਰਤ ਨਾਮ ਦ੍ਰਿੜਾਮੰ, ਗੁਰਮੁਖ ਸ਼ਾਂਤ ਊਤਮ ਕਰਾਮੰ। ਉੱਤਮ ਕੰਮ ਕਰਿਆ ਕਰ, ਚਾਹੇ ਵੇਦਾਂ ਦੀ ਵਿਚਾਰ ਸੁਣ, ਸ਼ਸਤਰਾਂ ਦੀ ਸੁਣ, ਚਾਹੇ ਗੁਰੂ ਗ੍ਰੰਥ ਸਾਹਿਬ ਦੀ ਸੁਣ, ਪਰ ਉੱਤਮ ਕਰਮ ਜ਼ਰੂਰ ਕਰ। ਉੱਤਮ ਕਰਮ, ਚੰਗੇ ਕਰਮ ਜਿਹਨੂੰ ਆਪਾਂ ਕਹਿ ਲਈਏ। ਫਿਰ ਪਾਤਸ਼ਾਹ ਕਹਿੰਦੇ ਨੇ, ਮੰਨੈ ਨਾਮ ਸੱਚੀ ਜੋਨੀ, ਦੁੱਖ ਸਹਾਮੰ ਬੰਧਨ ਟੂਟੇ, ਇੱਕ ਨਾਮ ਬਸਾਮੰ। ਨਾਮ ਨੇ ਜ਼ਿੰਦਗੀ ਦੇ ਬੰਧਨ ਕੱਟ ਦੇਣੇ ਨੇ। ਉਹ ਗੁਰੂ ਸਾਡੇ ਅੱਜ ਵੀ ਬੰਧਨ ਕੱਟਦਾ ਤੇ ਗੁਰੂ ਸਾਡੇ ਸਰੀਰ ਦੇ ਵਿੱਚ ਰਹਿੰਦਾ ਹੋਏ ਬੰਧਨ ਕੱਟਦਾ ਸੀ। ਫਿਰ ਪਾਤਸ਼ਾਹ ਜੀ ਕਹਿੰਦੇ ਨੇ, ਮੰਨੈ ਨਾਮ ਸੱਚੀ ਪਤ ਪੂਜਾ, ਕਿਸ ਵੇਖਾਂ ਨਾਹੀ ਕੋ ਦੂਜਾ। ਪਰਮਾਤਮਾ ਦੇ ਨਾਮ ਤੋਂ ਬਿਨਾਂ ਮੈਂ ਹੋਰ ਕਿਸੇ ਦੀ ਪੂਜਾ ਨਹੀਂ ਕਰਨੀ। ਮੇਰੇ ਲਈ ਇੱਕ ਪਰਮਾਤਮਾ ਹੀ ਸਭ ਤੋਂ ਵੱਡਾ ਸਾਧਨ ਆ ਪੂਜਣ ਦਾ, ਤੇ ਉਸੇ ਪਰਮਾਤਮਾ ਨੂੰ ਮੈਂ ਪੂਜਦਾ ਹਾਂ। ਦੇਖ ਕਹੂੰ ਭਾਵੈ ਮਨ ਸੋਏ, ਨਾਨਕ ਕਹੈ ਅਵਰ ਨਹੀਂ ਕੋਏ। ਨਾਨਕ ਕਹਿ ਰਿਹਾ ਗਾ, ਇੱਕ ਮਾਲਕ ਤੋਂ ਬਿਨਾਂ, ਪਰਮਾਤਮਾ ਤੋਂ ਬਿਨਾਂ ਹੋਰ ਕੋਈ ਨਹੀਂ ਹੈ। ਉਹ ਪਰਮਾਤਮਾ ਦੇ ਆਪਾਂ ਭਾਈ ਲੜ ਲੱਗੀਏ। ਪਰਮਾਤਮਾ ਸਭ ਦਾ ਸਾਂਝਾ, ਭਾਵੇਂ ਹਿੰਦੂ ਆ, ਭਾਵੇਂ ਮੁਸਲਮਾਨ ਆ, ਭਾਵੇਂ ਸਿੱਖ ਈਸਾਈ ਆ। ਜੇ ਪਰਮਾਤਮਾ ਸਭ ਦਾ ਸਾਂਝਾ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਰਮਾਤਮਾ ਦੀ ਹੀ ਗੱਲ ਕੀਤੀ ਜਾਂਦੀ ਆ, ਸਮਝਣ ਦੇ ਵਿੱਚ ਥੋੜ੍ਹਾ ਬਹੁਤਾ ਸਾਡੇ ਫਰਕ ਰਹਿ ਸਕਦਾ ਗਾ। ਸੋ ਗੁਰੂ ਕਿਰਪਾ ਕਰੇ, ਇੰਨੀਆਂ ਕੁ ਵਿਚਾਰਾਂ ਪ੍ਰਵਾਨ ਕਰਨੀਆਂ, ਭੁੱਲਾਂ ਦੀ ਖਿਮਾ। ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ।